ਇਹ ਸਾਰੇ ਪਸਾਰੇ ਨੂੰ ਪਸਾਰਨ ਵਾਲਾ, ਧਰਤੀ ਨੂੰ ਸਾਜਣ ਵਾਲਾ, ਜੀਵਾਂ ਨੂੰ ਸਾਜਣ ਵਾਲਾ ਇੱਕ ਅਕਾਲ ਪੁਰਖ ਪਰਮਾਤਮਾ ਹੈ, ਕੋਈ ਦੂਜਾ ਹੋਰ ਨਹੀਂ ਹੈ। ਇੱਕ ਅਕਾਲ ਪੁਰਖ ਪਰਮਾਤਮਾ ਜੀਆਂ ਨੇ ਸਾਰੇ ਸੰਸਾਰ ਦੇ ਜੀਵਾਂ ਨੂੰ ਸਾਜਿਆ ਹੈ, ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ। ਹਰੇਕ ਮਨੁੱਖ ਦੀ ਇਹ ਧਾਰਨਾ ਹੈ। ਕਿਸੇ ਨੇ ਕਹਿ ਦਿੱਤਾ ਕਿ ਧਰਤੀ ਕਿਸੇ ਦੇ ਮਿੱਝ ਤੋਂ ਬਣੀ, ਕਿਸੇ ਨੇ ਕਿਹਾ ਵੀ ਧਰਤੀ ਕਿਸੇ ਦੇ ਖੂਨ ਪਸੀਨੇ ਤੋਂ ਬਣ ਗਈ, ਪਰ ਅਸਲ ਗੱਲ ਜਿਹੜੀ ਹੈ ਉਹ ਕੋਈ ਵੀ ਨਹੀਂ ਜਾਣਦਾ। ਇਹ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਉਹ ਕਵਣ ਦਾ ਅਰਥ ਹੈ ਕਿਹੜਾ ਵੇਲਾ ਸੀ, ਕਵਣ ਸੁਵੇਲਾ ਵਕਤ ਕਣ, ਕਿਹੜਾ ਵਕਤ ਸੀ, ਕਿੰਨਾ ਟਾਈਮ ਸੀ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਿਹੜੀ ਤਰੀਕ ਸੀ, ਕਵਣ ਵਾਰ ਕਿਹੜਾ ਵਾਰ ਸੀ ਉਸ ਦਿਨ ਜਿਸ ਦਿਨ ਅਕਾਲ ਪੁਰਖ ਪਰਮਾਤਮਾ ਜੀ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁੱਤੀ ਕਿਹੜੀ ਰੁੱਤ ਸੀ, ਮਾਹ ਕਵਣ ਮਹੀਨਾ ਕਿਹੜਾ ਸੀ, ਜਿਤ ਹੋਵਾ ਆਕਾਰ। ਜਦੋਂ ਇਹ ਸਾਰੇ ਪਸਾਰੇ ਦਾ ਪਸਾਰਾ, ਸਾਰੀ ਕੁਦਰਤ ਦਾ ਜਿਹੜਾ ਪਸਾਰਾ ਪਸਰਿਆ, ਕੋਈ ਵੀ ਨਹੀਂ ਜਾਣਦਾ। ਮਹਾਰਾਜ ਕਹਿੰਦੇ ਨੇ ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੁ ਨਾ ਕੋਈ। ਕੋਈ ਵੀ ਨਹੀਂ ਜਾਣਦਾ, ਨਾ ਤਾਂ ਕੋਈ ਜੋਗੀ ਥਿਤ ਵਾਰ ਜਾਣਦੇ ਨੇ, ਨਾ ਕੋਈ ਰੁੱਤ ਦੱਸ ਸਕਦਾ ਹੈ ਕਿ ਕਦੋਂ ਅਕਾਲ ਪੁਰਖ ਪਰਮਾਤਮਾ ਜੀ ਨੇ ਇਸ ਪਸਾਰੇ ਨੂੰ ਪਸਾਰਿਆ। ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਉਸ ਪਸਾਰੇ ਨੂੰ ਕਿਵੇਂ ਪਸਾਰਿਆ ਇਹ ਜ਼ਰੂਰ ਦੱਸਿਆ ਗਿਆ ਹੈ, ਪਰ ਇਹ ਗੱਲ ਕਦੇ ਵੀ ਨਹੀਂ ਗੁਰਬਾਣੀ ਦੇ ਵਿੱਚ ਦੱਸੀ ਕਿ ਕਿਹੜਾ ਵਾਰ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀਗਾ, ਕਿਹੜੀ ਤਰੀਕ ਸੀ। ਮਹਾਰਾਜ ਇੰਨੀ ਗੱਲ ਤਾਂ ਜ਼ਰੂਰ ਕਹਿੰਦੇ ਨੇ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਆਪਣੇ ਆਪ ਅਕਾਲ ਪੁਰਖ ਪਰਮਾਤਮਾ ਜੀ ਨੇ ਆਪਣੇ ਆਪ ਨੂੰ ਸਾਜਿਆ। ਜਿਹੜਾ ਆਪਾਂ ਮੂਲ ਮੰਤਰ ਪੜ੍ਹਦੇ ਹਾਂ ਉਹ ਮੂਲ ਮੰਤਰ ਇਹ ਹੈ ਕਿ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ, ਇੱਕ ਦਾ ਅਰਥ ਹੈ ਇੱਕ ਹੈ, ਓਮ ਉਹਦਾ ਨਾਮ ਹੈ, ਅਤੇ ਉੱਪਰ ਜਿਹੜੀ ਖਿੱਚੀ ਗਈ ਕਾਰ ਹੈ ਉਹਦੇ ਅਰਥ ਬਣਦੇ ਨੇ ਕਿ ਉਹ ਸਾਰਿਆਂ ਵਿੱਚ ਰਮਿਆ ਹੋਇਆ ਹੈ। ਓਮ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਇਹ ਸ਼ਬਦ ਹੈ। ਓਮ ਸ਼ਬਦ ਜਿਹੜਾ ਹੈ, ਵੱਖ-ਵੱਖ ਵਿਦਵਾਨਾਂ ਨੇ ਇਹ ਦੱਸਿਆ ਕਿ ਜਦੋਂ ਮਨੁੱਖ ਨੇ ਉਹਨੂੰ ਬੋਲਣ ਦਾ ਨਹੀਂ ਪਤਾ ਸੀ, ਬੋਲਣਾ ਨਹੀਂ ਜਾਣਦਾ ਸੀ, ਸੋ ਕਿਵੇਂ ਤਰੀਕੇ ਨਾਲ ਕਰਕੇ ਜਦੋਂ ਉਸ ਨੇ ਮੁਖ ਮੰਡਲ ਨੂੰ ਖੋਲਿਆ ਤੇ ਉਸ ਦੇ ਵਿੱਚੋਂ ਓਮ ਦੀ ਆਵਾਜ਼ ਨਿਕਲੀ, ਉਹਦੀ ਆਵਾਜ਼ ਨਿਕਲੀ। ਹੌਲੀ ਹੌਲੀ ਜਦੋਂ ਮੁਖ ਬੰਦ ਕੀਤਾ, ਵਿੱਚੋਂ ਐੜਾ ਤੇ ਮਾਂ ਆਵਾਜ਼ ਨਿਕਲੀ। ਜਦੋਂ ਬੰਦ ਹੋਇਆ ਮੁਖ, ਉਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਬਣ ਗਿਆ ਓਮ। ਤੇ ਜਦੋਂ ਓਮ ਸ਼ਬਦ ਪਹਿਲਾਂ ਨਿਕਲਿਆ ਤੇ ਪਹਿਲਾ ਨਾਮ ਹੀ ਪ੍ਰਮਾਤਮਾ ਜੀ ਦਾ ਉਹਨਾਂ ਨੇ ਰੱਖ ਦਿੱਤਾ ਓਮ, ਕਿ ਪਹਿਲਾ ਸ਼ਬਦ ਜਿਹੜਾ ਹੈ ਉਹ ਓਮ ਨਿਕਲਿਆ, ਇਸ ਕਰਕੇ ਪ੍ਰਮਾਤਮਾ ਦਾ ਨਾਮ ਹੈ ਇਹ। ਔਰ ਜਿਹੜੀ ਦੂਸਰੀ ਗੱਲ ਉਹ ਇਹ ਕਿ ਕਹਿੰਦੇ ਵੀ ਜਿਹੜਾ ਅਕਾਲ ਪੁਰਖ ਪਰਮਾਤਮਾ ਜੀ ਦੀ ਸ੍ਰਿਸ਼ਟੀ ਦੇ ਵਿੱਚ ਆਉਣ ਵਾਲਾ ਜੀਵ, ਬਾਲਪਨ ਜਿਹਨੂੰ ਬਚਪਨ ਕਿਹਾ ਜਾਂਦਾ ਹੈ, ਉਸ ਛੋਟੀ ਉਮਰ ਦਾ ਬਾਲ ਜਦੋਂ ਬੋਲਦਾ ਹੈ ਤੇ ਉਹਦੇ ਸ਼ਬਦ ਜਿਹੜਾ ਪਹਿਲਾ ਅੱਖਰ ਹੈ ਉਹ ਵੀ ਓਮ ਹੀ ਹੁੰਦਾ ਹੈ। ਜਦੋਂ ਉਹ ਬੋਲਦਾ ਹੈ ਉਹਨੂੰ ਟਿਕਾ ਕੇ ਨਹੀਂ ਬੋਲਦਾ ਵੀ ਹੁਣ ਆਖੀਏ ਵੀ ਸ਼ਾਇਦ ਅਸੀਂ ਧਿਆਨ ਨਾਲ ਸੁਣਾਂਗੇ ਵੀ ਓਮ ਬੋਲਦਾ ਕਿ ਨਹੀਂ। ਉਹਦਾ ਅਰਥ ਹੈ ਕਿ ਜਦੋਂ ਉਹ ਮੁਖ ਨੂੰ ਖੋਲੇਗਾ ਉਹਦੇ ਵਿਚਲੀ ਨਿਕਲੀ ਹੋਈ ਆਵਾਜ਼ ਓਮ ਹੀ ਹੁੰਦੀ ਹੈ। ਕੋਈ ਵੀ ਇਨਸਾਨ ਬਿਨਾਂ ਸ਼ਬਦਾਂ ਤੋਂ, ਬਿਨਾਂ ਕਿਸੇ ਅੱਖਰ ਤੋਂ ਤੇ ਬਿਨਾਂ ਕਿਸੇ ਢੰਗ ਦੇ ਨਾਲ ਕੋਈ ਮੂੰਹ ਖੋਲੇਗਾ ਅਤੇ ਬੰਦ ਕਰੇਗਾ ਤੇ ਅੰਦਰਲੀ ਜਿਹੜੀ ਹਵਾ ਹੈ ਉਹ ਹਵਾ ਜਦੋਂ ਮੂੰਹ ਦੇ ਵਿੱਚੋਂ ਟਕਰਾ ਕੇ ਨਿਕਲਦੀ ਹੈ ਤੇ ਅਚਾਨਕ ਆਪਣੇ ਆਪ ਸਾਡੇ ਮੂੰਹ ਦੀ ਜਿਹੜੀ ਆਵਾਜ਼ ਹੈ, ਜਿਹੜੀ ਸੀਟੀ ਹੈ, ਉਹ ਓਮ ਦਾ ਨਾਮ ਜਿਹੜਾ ਉਹ ਆਪਣੇ ਆਪ ਦੇ ਦਿੰਦੀ ਹੈ।
ਇਸ ਕਰਕੇ ਉਹਨਾਂ ਨੇ ਪਹਿਲਾ ਸ਼ਬਦ ਜਿਹੜਾ ਇਹ ਪ੍ਰਮਾਤਮਾ ਜੀ ਦੇ ਵਾਸਤੇ ਵਰਤ ਲਿਆ ਕਿ ਇਹ ਸ਼ਬਦ ਜਿਹੜਾ ਓਮ ਨਿਕਲਿਆ ਇਹ ਪਹਿਲਾ ਹੀ ਪ੍ਰਮਾਤਮਾ ਦੇ ਵਾਸਤੇ ਹੈ। ਇੱਕ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਲਾ ਦਿੱਤਾ ਵੀ ਓਮ ਕੋਈ ਬਹੁਤੇ ਨਹੀਂ ਹੈਗੇ। ਜੇ ਓਮ ਅੱਖਰ ਪ੍ਰਮਾਤਮਾ ਦਾ ਨਾਮ ਹੈ ਤੇ ਓਮ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਉਹ ਇੱਕ ਹੀ ਹੈ, ਕੋਈ ਬਹੁਤੇ ਨਹੀਂ ਹੈਗੇ, ਜਿਹੜਾ ਕਰਨ ਕਰਾਵਣ ਵਾਲਾ ਹੈ। ਤੇ ਉੱਪਰ ਜਿਹੜੀ ਖਿੱਚੀ ਹੋਈ ਲਕੀਰ ਹੈ ਉਹਦਾ ਅਰਥ ਬਣਦਾ ਹੈ ਕਾਰ। ਤੇ ਉਹਨੂੰ ਹੁਣ ਲਕੀਰ ਤਾਂ ਕਹਿ ਨਹੀਂ ਸਕਦੇ, ਉਸ ਨੂੰ ਹਿੰਦੀ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਕਾਰ ਆਖਿਆ ਜਾਂਦਾ ਹੈ। ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਚੌਗਿਰਦ ਹਮਾਰੇ ਰਾਮਕਾਰ, ਉਹ ਲੀਕ ਖਿੱਚੀ ਸੀ ਨਾ ਦਿਵਾਲੇ, ਰਾਮਕਾਰ ਲక్ష్మణ ਰੇਖਾ ਜਿਹਨੂੰ ਕਿਹਾ ਹੋ ਜਾਂਦਾ ਹੈ, ਉਹ ਰੇਖਾ ਜਿਹੜੀ ਹੈ ਉਹ ਲੀਕ ਖਿੱਚਦੀ ਨੇ, ਉਹਨੂੰ ਰਾਮਕਾਰ ਕਿਹਾ ਜਾਂਦਾ ਸੀ। ਇਸ ਤਰੀਕੇ ਦੇ ਨਾਲ ਉਹ ਜਿਹੜਾ ਖਿੱਚੀ ਹੋਈ ਲੀਕ ਹੈ ਉਹਨੂੰ ਕਾਰ ਕਿਹਾ, ਭਾਵ ਕਿ ਓਮ ਤਾਂ ਇੱਕ ਹੀ ਹੈ, ਅਕਾਲ ਪੁਰਖ ਪਰਮਾਤਮਾ ਇੱਕ ਹੈ, ਪਰ ਰਮਿਆ ਉਹ ਸਾਰਿਆਂ ਦੇ ਵਿੱਚ ਹੋਇਆ ਹੈ। ਔਰ ਉਸ ਦਾ ਜਿਹੜਾ ਨਾਮ ਹੈ ਉਹ ਸਦੀਵ ਰਹਿਣ ਵਾਲਾ ਹੈ, ਸਤਨਾਮ ਸਦੀਵ ਰਹਿਣ ਵਾਲਾ, ਕਰਤਾ ਪੁਰਖ, ਇਸ ਸ੍ਰਿਸ਼ਟੀ ਨੂੰ ਸਾਜਣ ਵਾਲਾ, ਬਣਾਉਣ ਵਾਲਾ, ਕਰਨਹਾਰ, ਕਰਤਾ ਪੁਰਖ, ਤੇ ਕਹਿੰਦੇ ਨਿਰਭਉ ਨਿਰਵੈਰ, ਅਕਾਲ ਮੂਰਤ। ਉਹ ਅਕਾਲ ਮੂਰਤ ਹੈ, ਸਮੇਂ ਦੇ ਵਿੱਚ ਨਹੀਂ ਆਉਂਦਾ। ਅਸੀਂ ਜੀਵ ਸਮੇਂ ਦੇ ਵਿੱਚ ਆ, ਕਾਲ ਦੇ ਅੰਦਰ ਆ। ਜਿਵੇਂ 3 ਕਾਲ ਬੰਦੇ ਨੇ ਵਰਤੇ, ਭੂਤ ਕਾਲ, ਭਵਿੱਖ ਤੇ ਵਰਤਮਾਨ, ਉਹ ਇਹਨਾਂ ਵਿੱਚ ਨਹੀਂ ਆਉਂਦਾ। ਉਹ ਸਦੀਵ ਕਾਲ ਹੈ, ਹਮੇਸ਼ਾ ਰਹਿਣ ਵਾਲਾ ਹੈ, ਤੇ ਸਮਾਂ ਉਹਦੇ ਉੱਤੇ ਪ੍ਰਭਾਵ ਨਹੀਂ ਪਾਉਂਦਾ, ਸਮਾਂ ਉਸ ਦੇ ਅਧੀਨ ਚੱਲਦਾ ਹੈ। ਅਸੀਂ ਜੀਵ ਸਮੇਂ ਦੇ ਅਧੀਨ ਚੱਲਦੇ ਹਾਂ। ਸਮੇਂ ਦੇ ਅਧੀਨ ਕਿਉਂ? ਕਿਉਂਕਿ ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਸਮਾਂ ਹੈ ਉਹ ਬਤੀਤ ਹੋਵੇ, ਸਾਡੇ ਜਿਹੜੇ ਸਵਾਸ ਨੇ ਉਹ ਬਤੀਤ ਹੋਣ, ਅਸੀਂ ਜਿਉਂਦੇ ਤਿਉਂ ਹੀ ਰਹੀਏ। ਪਰ ਅਕਾਲ ਪੁਰਖ ਪਰਮਾਤਮਾ ਜੀ ਦੀ ਇਹ ਸ੍ਰਿਸ਼ਟੀ ਜਿਹੜੀ ਹੈ ਉਹਦੇ ਵਿਚਲਾ ਨਿਯਮ ਇਹ ਕਹਿੰਦਾ ਹੈ ਕਿ ਸਮੇਂ ਦਾ ਪ੍ਰਭਾਵ ਤੇਰੇ ਸਰੀਰ ਦੇ ਉੱਪਰ ਪੈਂਦਾ ਹੈ, ਪਰ ਜਿਹੜਾ ਅਕਾਲ ਪੁਰਖ ਪਰਮਾਤਮਾ ਉਹਦੇ ਉੱਪਰ ਇਹ ਸਮੇਂ ਦਾ ਪ੍ਰਭਾਵ ਨਹੀਂ ਹੈਗਾ। ਅਕਾਲ ਮੂਰਤ ਅਜੂਨੀ, ਜਿਹੜਾ ਜੂਨਾਂ ਦੇ ਵਿੱਚ ਨਹੀਂ ਆਉਂਦਾ। ਅਸੀਂ ਜੂਨੀਆਂ ਦੇ ਵਿੱਚ ਆ। ਸਹਿ ਭੰਗ, ਸਹਿ ਭੰਗ ਦਾ ਅਰਥ ਹੁੰਦਾ ਹੈ ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਹੋਵੇ, ਆਪਣੇ ਆਪ ਤੋਂ ਪ੍ਰਕਾਸ਼। ਸਹਿ ਭੰਗ ਉਹ ਅਕਾਲ ਪੁਰਖ ਪਰਮਾਤਮਾ ਆਪਣੇ ਆਪ ਤੋਂ ਪ੍ਰਕਾਸ਼ ਹੈ, ਉਹਨੂੰ ਜਨਮ ਦੇਣ ਵਾਲੇ ਮਾਤਾ ਪਿਤਾ ਨਹੀਂ ਹਨ, ਨਾ ਉਹਨਾਂ ਦੇ ਮਾਤਾ ਪਿਤਾ ਨੇ, ਸਗੋਂ ਉਹ ਆਪ ਸਾਰਿਆਂ ਦਾ ਮਾਤਾ ਪਿਤਾ ਹੈ। ਸਾਡੇ ਇਸ ਸੰਸਾਰ ਦੇ ਵਿੱਚ ਸਾਨੂੰ ਕਿਸੇ ਨੇ ਜਨਮ ਦਿੱਤਾ, ਕੋਈ ਅੰਡਜ, ਕੋਈ ਜੇਰਤ ਤੋਂ, ਕੋਈ ਸੇਤਜ ਤੋਂ, ਕੋਈ ਉਤਪੁਜ ਤੋਂ ਪੈਦਾ ਹੋਇਆ, ਅੰਡਿਆਂ ਤੋਂ ਪੈਦਾ ਹੋਇਆ, ਕੋਈ ਜਿਰਜ ਤੋਂ ਪੈਦਾ ਹੋਇਆ, ਕੋਈ ਸੰਸਾਰ ਦੇ ਵਿੱਚ ਐਵੇਂ ਹੀ ਉਤਪੁਜ ਜਿਹੜੀ ਹੈ ਉਹ ਪੈਦਾ ਹੋਗੀ। ਇਸ ਤਰੀਕੇ ਦੇ ਨਾਲ ਕਹਿੰਦੇ ਪ੍ਰਮਾਤਮਾ ਕੋਈ ਇਸ ਢੰਗ ਨਾਲ ਨਹੀਂ ਪੈਦਾ ਹੋਇਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ, ਕਰ ਆਸਨ ਡਿਠੋ ਚਾਓ। ਫਿਰ ਪ੍ਰਮਾਤਮਾ ਜੀ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ, ਇਹਨਾਂ ਜੀਵਾਂ ਨੂੰ ਸਾਜਿਆ। ਗੁਰਬਾਣੀ ਕਹਿੰਦੀ ਆਪੀ ਨੇ ਆਪ ਸਾਜ, ਆਪ ਪਛਾਣਿਆ। ਕਹਿੰਦੇ ਨੇ ਆਪ ਹੀ ਇਸ ਸ੍ਰਿਸ਼ਟੀ ਦੇ ਵਿੱਚ ਆਪਣੇ ਆਪ ਦੀ ਸ੍ਰਿਸ਼ਟੀ ਨੂੰ ਸਾਜ ਕੇ ਆਪ ਵਿੱਚ ਟਿਕਾ ਦਿੱਤਾ, ਆਪਣਾ ਆਪ ਇਸ ਵਿੱਚ ਰੱਖ ਦਿੱਤਾ। ਤੇ ਕਹਿੰਦੇ ਨੇ ਉਸ ਅਕਾਲ ਪੁਰਖ ਪਰਮਾਤਮਾ ਜੀ ਨੇ ਅੰਬਰ ਧਰਤ ਵਿਛੋੜ ਚੰਦੋਵਾ ਤਾਣਿਆ। ਅੰਬਰ ਕਹਿੰਦੇ ਨੇ ਅਸਮਾਨ ਨੂੰ, ਧਰਤ ਕਹਿੰਦੇ ਨੇ ਧਰਤੀ ਨੂੰ, ਵਿਛੋੜਾ ਪਾ ਦਿੱਤਾ, ਵਿੱਚ ਗੈਪ ਹੈ ਇਹਦੇ ਵਿੱਚ। ਤੇ ਕਹਿੰਦੇ ਨੇ ਅੰਬਰ ਧਰਤ ਵਿਛੋੜ ਚੰਦੋਵਾ ਤਾਣਿਆ। ਚੰਦੋਵਾ ਜਿਵੇਂ ਆਪਾਂ ਚਾਨਣੀ, ਚੰਦੋਵਾ ਜਿਵੇਂ ਗੁਰੂ ਸਾਹਿਬ ਜੀ ਦੇ ਉੱਪਰ ਲੱਗਾ ਹੋਇਆ ਹੈ। ਕਹਿੰਦੇ ਨੇ ਅਸਮਾਨ ਸਾਡੇ ਸਿਰ ਮਨੁੱਖਾਂ ਦੇ ਉੱਪਰ ਇੱਕ ਚੰਦੋਵੇ ਦੀ ਤਰ੍ਹਾਂ ਤਣਿਆ ਹੋਇਆ ਹੈ। ਅਕਾਲ ਪੁਰਖ ਪਰਮਾਤਮਾ ਜੀ ਨੇ ਇਹ ਚੰਦੋਵਾ ਤਾਣਿਆ, ਵਿਛੋੜਾ ਹੈ ਵਿੱਚ, ਵਿੱਥ ਹੈ, ਵਿਛੋੜੇ ਤੋਂ ਭਾਵ ਹੁੰਦਾ ਵਿੱਥ ਹੈ ਵਿੱਚ। ਧਰਤੀ ਕਿਧਰੇ ਪਈ ਹੈ, ਅਸਮਾਨ ਕਿੰਨਾ ਉੱਚਾ ਹੈ ਸਾਡੇ ਤੋਂ, ਵਿੱਚ ਜਿਹੜੇ ਉਹ ਜੀਵ ਹਨ। ਅੰਬਰ ਧਰਤ ਵਿਛੋੜ ਚੰਦੋਵਾ ਤਾਣਿਆ। ਅਕਾਲ ਪੁਰਖ ਪਰਮਾਤਮਾ ਜੀ ਦੀ ਇਹ ਸ੍ਰਿਸ਼ਟੀ ਹੈ। ਫਿਰ ਉਸ ਅਕਾਲ ਪੁਰਖ ਪਰਮਾਤਮਾ ਨੇ ਕੀ ਕੀਤਾ? ਸੂਰਜ ਚੰਦ ਉਪਾਏ ਜੋਤ ਸਮਾਣਿਆ। ਚੰਦਰਮਾ ਅਤੇ ਸੂਰਜ ਪੈਦਾ ਕੀਤੇ, ਉਹਨਾਂ ਦੇ ਵਿੱਚ ਆਪਣੀ ਜੋਤ ਟਿਕਾ ਦਿੱਤੀ। ਉਹਨਾਂ ਦੇ ਵਿੱਚ ਆਪਣੀ ਪ੍ਰਮਾਤਮਾ ਜੀ ਦੀ ਸੱਤਾ ਹੀ ਹੈ ਨਾ, ਕੋਈ ਤਾਂ ਪਿੱਛੇ ਕੰਮ ਕਰ ਰਿਹਾ ਨਾ ਇਹਨਾਂ ਦੇ ਪਿੱਛੇ।
ਜੇ ਅਸੀਂ ਕਹੀਏ ਕਿ ਸ਼ਾਇਦ ਇਹ ਆਪਣੇ ਆਪ ਹੀ, ਪਰ ਕਦੋਂ ਤਾਂ ਬਣੇ ਹੋਏ ਨੇ ਹੋਣਗੇ ਨਾ, ਕਿਸ ਵੇਲੇ ਬਣੇ, ਕਦੋਂ ਬਣੇ, ਕਿਹਨਾਂ ਨੇ ਇਹਨਾਂ ਨੂੰ ਸਾਜਿਆ। ਔਰ ਗੁਰਬਾਣੀ ਤਾਂ ਇਹ ਕਹਿੰਦੇ ਇਹ ਘਟ ਰਹੇ ਨੇ, ਸੂਰਜ ਵੀ ਘਟ ਰਿਹਾ ਹੈ, ਚੰਦਰਮਾ ਵੀ ਘਟ ਰਿਹਾ, ਇਹਨਾਂ ਦੀ ਵੀ ਉਮਰ ਹੈ, ਇਹਨਾਂ ਦੀ ਵੀ ਕੋਈ ਮਨਿਆਦ ਹੈ, ਇਹ ਵੀ ਸਮੇਂ ਦੇ ਵਿੱਚ ਚੱਲ ਰਹੇ ਹਨ। ਔਰ ਸਤਿਗੁਰੂ ਜੀ ਇਥੋਂ ਤੱਕ ਕਹਿੰਦੇ ਨੇ ਅਕਾਲ ਪੁਰਖ ਪਰਮਾਤਮਾ ਜੀਆਂ ਨੇ ਫਿਰ ਚੰਦਰਮਾ ਤੇ ਸੂਰਜ ਜਿਹੜਾ ਉਹ ਦੀਵੇ ਜਿਹੜੇ ਦੋ ਬਣਾ ਦਿੱਤੇ। ਫਿਰ ਕੀਏ ਰਾਤ ਦਿਨੰਤ, ਰਾਤ ਤੇ ਦਿਨ ਕੀਤੇ ਚੋਜ ਵਿਡਾਣਿਆ। ਕਿੰਨੇ ਵੱਡੇ ਚੋਜ ਨੇ ਅਕਾਲ ਪੁਰਖ ਪਰਮਾਤਮਾ ਜੀ ਦੇ। ਇਹ ਚੋਜ ਕਿਹੋ ਜਿਹੇ ਨੇ? ਕਹਿੰਦੇ ਨੇ ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ। ਦਾਈ ਤੇ ਦਾਇਆ ਦਾ ਭਾਵ ਹੁੰਦਾ ਹੈ ਜਿਵੇਂ ਖਿਡਾਵੇ, ਬੱਚਿਆਂ ਨੂੰ ਖਿਡਾਉਣ ਵਾਲੇ ਵੱਖ-ਵੱਖ ਨਾਮ ਦਿੱਤੇ ਜਾਂਦੇ ਨੇ। ਕਹਿੰਦੇ ਨੇ ਇਹ ਬੱਚਿਆਂ ਨੂੰ ਖਿਡਾ ਰਹੇ ਨੇ, ਸਾਰੀ ਸ੍ਰਿਸ਼ਟੀ ਨੂੰ ਖੇਡ ਰਹੇ ਇਹਦੇ ਵਿੱਚ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ। ਸਾਰਾ ਜਗਤ ਇਸ ਦਿਨ ਰਾਤ ਦੀ ਖੇਡ ਦੇ ਵਿੱਚ ਖੇਡਦਾ ਪਿਆ ਹੈ। ਕੀ ਇਹ ਰਾਤ ਦਿਨੰਤ ਚੋਜ ਵਿਡਾਣਿਆ। ਕਿੰਨੇ ਵੱਡੇ ਚੋਜ ਨੇ ਅਕਾਲ ਪੁਰਖ ਪਰਮਾਤਮਾ ਜੀ ਦੇ। ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਪਰਮਾਤਮਾ ਤੂੰ ਇੰਨੀ ਸਮਰੱਥਾ ਰੱਖਣ ਵਾਲਾ ਹੈ, ਆਪ ਹੀ ਇਹਨਾਂ ਜੀਵਾਂ ਨੂੰ ਸਾਜਦਾ ਹੈ, ਆਪ ਹੀ ਇਹਨਾਂ ਜੀਵਾਂ ਨੂੰ ਸਮੇਟ ਲੈਂਦਾ ਹੈ। ਤੇਰੀ ਮਰਜ਼ੀ ਹੈ ਤੂੰ ਇਸ ਧਰਤੀ ਨੂੰ ਸਾਜ ਦੇਵੇਂ, ਤੇਰੀ ਮਰਜ਼ੀ ਹੈ ਤੂੰ ਇਸ ਧਰਤੀ ਨੂੰ ਖਤਮ ਕਰ ਦੇਵੇਂ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵਡ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਕਹਿੰਦੇ ਤੂੰ ਜੁਗਾ ਜੁਗੰਤਰਾ ਤੂੰ ਆਪ ਹੀ ਹੈ, ਨਿਹਚਲ ਜਿਹੜਾ ਹਿੱਲਣ ਵਾਲਾ ਨਹੀਂ ਹੈ, ਡੋਲਣ ਵਾਲਾ ਨਹੀਂ ਹੈ। ਤੁਦੇ ਆਪੇ ਸ੍ਰਿਸ਼ਟ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ। ਉਪਾਈ ਦਾ ਅਰਥ ਹੈ ਪੈਦਾ ਕੀਤੀ, ਤੇ ਗੋਈ ਦਾ ਅਰਥ ਹੁੰਦਾ ਹੈ ਖਤਮ ਕਰ ਦੇਣਾ। ਤੂੰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਾਜਦਾ ਹੈ, ਆਪ ਹੀ ਇਸ ਸ੍ਰਿਸ਼ਟੀ ਨੂੰ ਚਾਹਵੇਂ ਤਾਂ ਖਤਮ ਕਰ ਸਕਦਾ ਹੈ। ਜਿਵੇਂ ਤੇਰੀ ਮਰਜ਼ੀ ਹੈ ਤੂੰ ਉਵੇਂ ਕਰ ਸਕਦਾ ਹੈ। ਮਹਾਰਾਜ ਕਹਿੰਦੇ ਨੇ ਸਤਿਗੁਰੂ ਜੀਓ, ਮਨੁੱਖ ਤਾਂ ਐਵੇਂ ਗੱਲਾਂ ਕਰਦਾ ਹੈ ਕਿ ਮੇਰੀ ਮਰਜ਼ੀ ਹੈ, ਮੈਂ ਜੋ ਮਰਜ਼ੀ ਕਰਾਂ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਮਝਾਉਂਦੇ ਨੇ, ਕਹਿੰਦੇ ਬੰਦਿਆਂ ਮਰਜ਼ੀ ਨਹੀਂ ਚੱਲਦੀ, ਇਹ ਤਾਂ ਅਕਾਲ ਪੁਰਖ ਪਰਮਾਤਮਾ ਜੀ ਦੀ ਮਰਜ਼ੀ ਚੱਲਦੀ ਹੈ। ਆਖਣ ਜ਼ੋਰ ਚੁੱਪੇ ਨਾ ਜ਼ੋਰ। ਨਾ ਤਾਂ ਸਾਡਾ ਬੋਲਣ ਦੇ ਵਿੱਚ ਜ਼ੋਰ ਹੈ ਕੋਈ, ਨਾ ਸਾਡਾ ਕੋਈ ਚੁੱਪ ਰਹਿਣ ਦੇ ਵਿੱਚ ਜ਼ੋਰ ਹੈ, ਉਹ ਤਾਂ ਮਰਜ਼ੀ ਹੈ ਪਰਮਾਤਮਾ ਜੀ ਦੀ। ਆਖਣ ਜ਼ੋਰ ਚੁੱਪੇ ਨਾ ਜ਼ੋਰ, ਜ਼ੋਰ ਨਾ ਮੰਗਣ ਦੇ ਨਾ ਜ਼ੋਰ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਨਾ ਸਾਡਾ ਜਨਮ ਦੇ ਵਿੱਚ ਜ਼ੋਰ ਹੈ, ਸਾਡੀ ਸੱਤਿਆ ਤਾਕਤ ਚੱਲਦੀ ਹੈ, ਨਾ ਮਰਨ ਦੇ ਵਿੱਚ। ਇਹ ਉਸ ਵਾਹਿਗੁਰੂ ਦੀ ਹੀ ਕਿਰਪਾ ਦੁਆਰਾ ਅਸੀਂ ਸੰਸਾਰ ਦੇ ਵਿੱਚ ਚੱਲਦੇ ਹਾਂ, ਉਹਦੀ ਮਰਜ਼ੀ ਦੇ ਨਾਲ ਹੀ। ਜਿਵੇਂ ਉਹ ਸਾਨੂੰ ਚਲਾਉਣਾ ਚਾਹੁੰਦਾ ਹੈ ਉਵੇਂ ਅਸੀਂ ਚੱਲਦੇ ਹਾਂ, ਉਵੇਂ ਤਰੀਕੇ ਦੇ ਨਾਲ। ਪਰ ਕਈਆਂ ਵਾਰ ਸੰਸਾਰ ਦੇ ਵਿੱਚ ਸਮਝ ਲਿਆ ਕਿ ਸ਼ਾਇਦ ਹੋਰ ਕੋਈ ਨਹੀਂ ਚਲਾ ਰਿਹਾ ਇਸ ਧਰਤੀ ਨੂੰ। ਕਿਸੇ ਨੇ ਕਹਿ ਦਿੱਤਾ ਵੀ ਕੋਈ 3 ਦੇਵਤੇ ਚਲਾਉਂਦੇ ਨੇ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਔਰ ਇਹਨਾਂ ਦੇ ਕਾਰਜ ਵੀ ਵੱਖਰੇ ਵੱਖਰੇ ਜਿਹੜੇ ਨੇ ਉਹ ਮਿੱਥ ਦਿੱਤੇ ਗਏ ਵੀ ਇੱਕ ਪੈਦਾ ਕਰਨ ਵਾਲਾ ਹੈ, ਇੱਕ ਰਿਜ਼ਕ ਦੇਣ ਵਾਲਾ ਹੈ, ਇੱਕ ਮਾਰਨ ਵਾਲਾ ਹੈ। ਇਸ ਤਰੀਕੇ ਦੇ ਨਾਲ ਔਰ ਮਨੁੱਖ ਨੇ ਆਪਣੀ ਮਰਜ਼ੀ ਅਨੁਸਾਰ, ਕਿਉਂਕਿ ਮਨੁੱਖ ਦੀ ਜਿਹੜੀ ਤੀਬਰ ਇੱਛਾ ਹੈ ਉਹ ਇਹ ਹੈ ਕਿ ਮੈਂ ਲੰਮੀ ਉਮਰ ਜੀਵਾਂ, ਮਰਨ ਨੂੰ ਕਿਸੇ ਦਾ ਵੀ ਜੀ ਨਹੀਂ ਕਰਦਾ। ਔਰ ਸਭ ਤੋਂ ਵੱਧ ਜੇ ਅਸੀਂ ਸੰਸਾਰੀ ਢੰਗ ਦੇ ਨਾਲ ਵੇਖਣਾ ਚਾਹੀਏ, ਕਿਉਂਕਿ ਇਹ ਗੱਲ ਸਾਨੂੰ ਸੰਸਾਰ ਨੇ ਦੱਸੀ ਹੈ ਨਾ, ਇੱਕ ਸੰਸਾਰ ਨੂੰ ਸਾਜਦਾ ਹੈ, ਪੈਦਾ ਕਰਦਾ ਹੈ ਜੀਵਾਂ, ਇੱਕ ਰੋਜੀ ਦਿੰਦਾ ਹੈ, ਔਰ ਇੱਕ ਜਿਹੜਾ ਹੈ ਉਹ ਸਾਨੂੰ ਮਾਰਦਾ ਹੈ। ਤੇ ਚਲੋ ਸੰਸਾਰ ਦੀ ਗੱਲ ਹੀ ਆਪਾਂ ਵੇਖ ਲੈਨੇ ਆ। ਜੇ ਬ੍ਰਹਮਾ ਸਨਾਤਨ ਮਤ ਅਨੁਸਾਰ ਬ੍ਰਹਮਾ ਸਾਜਦਾ ਹੈ ਤੇ ਬਹੁਤ ਘੱਟ ਮੰਦਰ ਬ੍ਰਹਮਾ ਦੇ ਮਿਲਣਗੇ। ਜੇ ਵਿਸ਼ਨੂੰ ਭੋਜਨ ਦਿੰਦਾ ਬਹੁਤ ਘੱਟ ਮੰਦਰ ਮਿਲਦੇ ਨੇ। ਮੌਤ ਤੋਂ ਸਾਰੇ ਬੰਦੇ ਡਰਦੇ ਨੇ, ਹਰੇਕ ਬੰਦਾ ਹੀ ਡਰਦਾ ਹੈ, ਤੇ ਸਭ ਤੋਂ ਵੱਧ ਲੋਕ ਸ਼ਿਵ ਦੀ ਪੂਜਾ ਕਰਦੇ ਨੇ। ਕਾਰਨ ਸੀ ਪਿੱਛੇ ਕਿ ਉਹ ਮੌਤ ਦਾ ਦੇਵਤਾ ਹੈ, ਇਸ ਕਰਕੇ ਉਸ ਨੂੰ ਮਨਾ ਲਿਆ ਜਾਵੇ।
ਪਰ ਗੁਰਬਾਣੀ ਨੇ ਇਹ ਗੱਲ ਨਹੀਂ ਮੰਨੀ। ਕਹਿੰਦੇ ਉਹ ਇਹ ਤਿੰਨ ਵੀ ਉਸ ਪਰਮਾਤਮਾ ਦੇ ਅਧੀਨ ਨੇ। ਬੇਸ਼ੱਕ ਇਹ ਸੰਸਾਰ ਦੇ ਵਿੱਚ ਆਏ ਨੇ, ਪਰ ਇਹ ਤਿੰਨ ਵੀ ਉਸ ਪਰਮਾਤਮਾ ਜੀ ਦੀ ਮਰਜ਼ੀ ਅਨੁਸਾਰ ਹੀ ਚੱਲਦੇ ਨੇ। ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਕਹਿੰਦੇ ਨੇ ਇਹ ਸ੍ਰਿਸ਼ਟੀ ਕੁਦਰਤ ਮਾਇਆ, ਇਹ ਪਹਿਲਾਂ ਅਕਾਲ ਪੁਰਖ ਪਰਮਾਤਮਾ ਜੀ ਸੰਸਾਰ ਦੇ ਵਿੱਚ ਪੈਦਾ ਕੀਤੀ। ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਕਹਿੰਦੇ ਨੇ ਇੱਕ ਸੰਸਾਰ ਦੇ ਵਿੱਚ ਸਾਨੂੰ ਭੇਜਦਾ ਹੈ ਬ੍ਰਹਮਾ, ਇੱਕ ਭੰਡਾਰੀ, ਇੱਕ ਵਿਸ਼ਨੂੰ ਜਿਹੜਾ ਹੈ ਉਹ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ, ਇੱਕ ਲਾਏ ਦੀ ਬਾਣ, ਇੱਕ ਦੀਵਾਨ ਲਾ ਕੇ ਬੈਠਾ ਹੋਇਆ ਜਿਹੜਾ ਮੌਤ ਦਾ ਦੇਵਤਾ ਹੈ, ਲੈ ਕੇ ਜਾਣ ਵਾਲਾ। ਪਰ ਕਹਿੰਦੇ ਨੇ ਇਹ ਵੀ ਕੁਝ ਨਹੀਂ, ਇਹ ਵੀ ਉਸ ਪਰਮਾਤਮਾ ਜੀ ਦੇ ਹੁਕਮ ਵਿੱਚ ਹਨ। ਇੱਕ ਲਾਏ ਦੀ ਬਾਣ, ਕਹਿੰਦੇ ਨੇ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੁੰਦਾ ਤਾਂ ਉਹ ਹੈ, ਉਹ ਇਹਨਾਂ ਦੇ ਵੱਸ ਕੁਛ ਨਹੀਂ ਹੈ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਣ। ਕਹਿੰਦੇ ਨੇ ਵੇਖੋ ਹੈ ਭਾਵੇਂ ਇਹ ਸੰਸਾਰ ਨੇ ਇਹਨਾਂ ਨੂੰ ਮੰਨ ਲਿਆ ਵੀ ਇੱਕ ਸਾਜ ਰਿਹਾ ਹੈ, ਇੱਕ ਮਾਰ ਰਿਹਾ ਹੈ, ਇੱਕ ਸਾਨੂੰ ਸੰਸਾਰ ਦੇ ਵਿੱਚ ਰਿਜ਼ਕ ਦਿੰਦਾ ਹੈ, ਪਰ ਕਹਿੰਦੇ ਨੇ ਉਹ ਵੇਖੇ ਉਹ ਅਕਾਲ ਪੁਰਖ ਪਰਮਾਤਮਾ ਇਹਨਾਂ ਤਿੰਨਾਂ ਨੂੰ ਵੇਖ ਰਿਹਾ ਹੈ। ਉਹਨਾਂ ਨਜ਼ਰ ਨਾ ਆਵੇ, ਪਰ ਇਹਨਾਂ ਤਿੰਨਾਂ ਨੂੰ ਪਰਮਾਤਮਾ ਜਿਹੜਾ ਹੈ ਉਹ ਨਜ਼ਰ ਹੀ ਨਹੀਂ ਆਉਂਦਾ, ਉਹ ਨਜ਼ਰ ਦੇ ਵਿੱਚ ਨਹੀਂ ਆ ਰਿਹਾ। ਕਿਉਂਕਿ ਗੁਰਬਾਣੀ ਨੇ ਇਹ ਸਿੱਧ ਕੀਤਾ ਹੈ, ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਇਹ ਗੱਲ ਦਾ ਧਿਆਨ ਰੱਖਣਾ। ਜਿਹੜਾ ਆਪਾਂ ਸ਼ਬਦ ਸ਼ੁਰੂ ਕੀਤਾ ਸੀ ਨਾ, ਇਹ ਆਪਾਂ ਇੱਥੋਂ ਸ਼ੁਰੂ ਕੀਤਾ ਸੀ ਕਿ ਕਰਨ ਕਰਾਵਣ ਆਪੇ ਆਪ। ਇਹ ਪ੍ਰਮਾਤਮਾ ਆਪੇ ਆਪ ਕਰਨ ਵਾਲਾ, ਇੱਕ ਦੂਜਾ ਬੰਦਾ ਨਹੀਂ ਹੈ। ਫਿਰ ਜਦੋਂ ਆਪਾਂ ਇਹ ਸ਼ਬਦ ਨੂੰ ਮੁੱਖ ਰੱਖਾਂਗੇ ਨਾ, ਕਰਨ ਵਾਲਾ ਪ੍ਰਮਾਤਮਾ ਇੱਕ ਹੀ, ਫਿਰ ਸਾਨੂੰ ਸੌਖੀ ਸਮਝ ਆ ਜਾਵੇਗੀ। ਮਾਰੇ ਕਹਿੰਦੇ ਨੇ ਸਨਕ ਸਨੰਦ ਮਹੇਸ਼ ਸਮਾਨਾ। ਮਹੇਸ਼ ਕਿਹਨੂੰ ਕਹਿੰਦੇ ਨੇ? ਸ਼ਿਵ ਜੀ ਨੂੰ। ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਬ੍ਰਹਮਾ ਜੀ ਦੇ 4 ਪੁੱਤਰ ਸਨਕ, ਸਨੰਦ, ਸਨਤ ਕੁਮਾਰ, ਤੇ ਇਹ ਸਾਰੇ ਜਿਹੜੇ ਨੇ ਮਹੇਸ਼ ਸ਼ਿਵ ਜੀ ਨੇ। ਸ਼ੇਖ ਨਾਗ, ਅਤੇ ਜਿਹੜਾ ਸ਼ੇਖ ਨਾਗ ਹਜ਼ਾਰਾਂ ਫੰਨਾਂ ਵਾਲਾ ਰੋਜ਼ਾਨਾ ਪ੍ਰਮਾਤਮਾ ਦਾ ਨਵਾਂ ਨਾਮ ਜਪਦਾ ਹੈ, ਨਵੇਂ ਢੰਗ ਨਾਲ ਨਾਮ ਜਪਦਾ ਹੈ। ਤੇਰੇ ਮਰਮ ਨੂੰ, ਭੇਦ ਨੂੰ ਨਹੀਂ ਜਾਣਿਆ ਇਹਨਾਂ ਨੇ, ਤੇਰੇ ਭੇਦ ਨੂੰ ਨਹੀਂ ਜਾਣ ਸਕੇ ਕਿ ਕਦੋਂ ਪ੍ਰਮਾਤਮਾ ਜੀ ਨੇ ਥਿਤਵਾਰ ਜੁਗਤਾਂ ਬਣਾਈਆਂ, ਕੋਈ ਨਹੀਂ ਦੱਸ ਸਕਦਾ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਕਹਿੰਦੇ ਨੇ ਕਾਜ਼ੀਆਂ ਨੇ ਵੀ ਵਕਤ ਨਹੀਂ ਜਾਣਿਆ, ਕੋਈ ਟਾਈਮ ਨਹੀਂ ਲੱਭਾ, ਸਮਾਂ ਨਹੀਂ ਲੱਭਾ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਨਹੀਂ ਤਾਂ ਉਹਨਾਂ ਨੇ ਜੇ ਸਮਾਂ ਲੱਭਾ ਹੁੰਦਾ ਤੇ ਉਹਨਾਂ ਨੇ ਲਿਖ ਦੇਣਾ ਸੀ। ਬੇਲ ਨਾ ਪਾਈਆ ਪੰਡਤੀ, ਤੇ ਜੇ ਪੰਡਤ ਸਾਹਿਬਾਨਾਂ ਨੂੰ ਪਤਾ ਹੁੰਦਾ ਤੇ ਉਹਨਾਂ ਨੇ ਵੇਦਾਂ ਦੇ ਵਿੱਚ ਲਿਖ ਦੇਣਾ ਸੀ। ਨਾ ਤਾਂ ਕਾਜ਼ੀਆਂ ਨੂੰ ਪਤਾ, ਨਾ ਪੰਡਤ ਸਾਹਿਬਾਨਾਂ ਨੂੰ ਪਤਾ, ਨਾ ਹੀ ਜੋਗੀਆਂ ਨੂੰ ਪਤਾ ਕਿ ਕਦੋਂ ਪ੍ਰਮਾਤਮਾ ਜੀ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ, ਕਦੋਂ ਬਣਾਇਆ। ਪਰ ਸਤਿਗੁਰੂ ਜੀ ਸਾਨੂੰ ਇੱਕ ਗੱਲ ਜ਼ਰੂਰ ਕਹਿੰਦੇ ਨੇ, ਕਹਿੰਦੇ ਪ੍ਰਮਾਤਮਾ ਹੀ ਕਰਨ ਕਰਾਵਣ ਵਾਲਾ ਹੈ ਇਸ ਸੰਸਾਰ ਦੇ ਵਿੱਚ। ਆਪ ਹੀ ਇਸ ਸ੍ਰਿਸ਼ਟੀ ਨੂੰ ਸਾਜਦਾ ਹੈ, ਆਪ ਹੀ ਬਣਾਉਂਦਾ ਹੈ, ਆਪ ਹੀ ਇਸ ਨੂੰ ਖਤਮ ਕਰ ਦਿੰਦਾ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਕੋਈ ਦੂਜਾ ਹੋਰ ਨਹੀਂ ਹੈ ਜਿਹੜਾ ਇਸ ਸ੍ਰਿਸ਼ਟੀ ਦੇ ਵਿੱਚ ਬਣਾ ਸਕੇ, ਸ੍ਰਿਸ਼ਟੀ ਦੀ ਬਣਾਵਟ ਨੂੰ ਕਰ ਸਕੇ। ਅਸੀਂ ਬਣਾਉਣ ਦਾ ਯਤਨ ਕੀਤਾ, ਕੋਸ਼ਿਸ਼ ਕੀਤੀ, ਵੱਖ-ਵੱਖ ਤਰੀਕਿਆਂ ਦੇ ਨਾਲ ਆਪਣੇ ਵੱਲੋਂ ਮੀਂਹ ਪਾਉਣ ਦਾ ਯਤਨ ਕੀਤਾ, ਆਪਣੇ ਵੱਲੋਂ ਸੂਰਜ ਬਣਾ ਕੇ ਆਕਾਸ਼ ਦੇ ਵਿੱਚ ਚਾੜਨ ਦਾ ਯਤਨ ਕੀਤਾ, ਆਪਣੇ ਵੱਲੋਂ ਚੰਦਰਮਾ ਬਣਾ ਕੇ ਆਕਾਸ਼ ਦੇ ਵਿੱਚ ਚੜਾਉਣ ਦਾ ਯਤਨ ਕੀਤਾ। ਇਹ ਹੋ ਰਿਹਾ ਹੈ ਅੱਜ। ਕਿਧਰੇ ਸਾਨੂੰ ਪੜ੍ਹਨ ਵਿੱਚ ਮਿਲਦਾ ਹੈ ਕਿ ਵੱਖਰਾ ਚੰਦਰਮਾ ਬਣਾ ਲਿਆ ਗਿਆ ਹੈ ਔਰ ਰਾਤ ਨੂੰ ਉਸ ਸ਼ਹਿਰ ਦੇ ਵਿੱਚ ਚਾਨਣ ਕਰਦਾ ਹੈ, ਪਰ ਇਹ ਕਿਸੇ ਸੀਮਤ ਸਮੇਂ ਤੱਕ ਰਹੇ ਔਰ ਇਹਦੀ ਲਿਮਟ ਹੈ ਕੋਈ। ਜੇ ਉਹਨਾਂ ਨੇ ਚੰਦਰਮਾ ਬਣਾ ਲਿਆ ਹੈ, ਜੇ ਉਹਨਾਂ ਨੇ ਸੂਰਜ ਬਣਾਇਆ ਹੈ, ਤੇ ਉਹ ਚਾਨਣ ਸਿਰਫ ਉੱਥੋਂ ਤੱਕ ਹੀ ਕਰੇਗਾ ਜਿੱਥੋਂ ਤੱਕ ਉਹਨਾਂ ਦੀ ਲਿਮਟ ਹੈ। ਸਾਰੇ ਸੰਸਾਰ ਨੂੰ ਉਹ ਚਾਨਣ ਨਹੀਂ ਦੇ ਸਕਦਾ। ਜੇ ਕਿਸੇ ਨੇ ਆਖਿਆ ਕਿ ਅਸੀਂ ਮੀਂਹ ਪਵਾ ਸਕਦੇ ਹਾਂ, ਤੇ ਮੀਂਹ ਪਵਾਉਣ ਦੀ ਵੀ ਲਿਮਟ ਹੈ। ਕਿੰਨਾ ਜ਼ਿਆਦਾ
ਤੇਲ ਖਰਚ ਕਰਕੇ ਉਹਦੇ ਵਿੱਚੋਂ ਧੂਆਂ ਛੱਡਿਆ ਜਾਂਦਾ ਹੈ। ਧੂਆਂ ਛੱਡ ਕੇ ਫਿਰ ਉਹਦੇ ਬੱਦਲ ਬਣਾਏ ਜਾਂਦੇ ਨੇ। ਬੱਦਲ ਬਣਾ ਕੇ ਫਿਰ ਉਹਦੀ ਰੇਣ ਮੀਂਹ ਪਵਾਇਆ ਜਾਂਦਾ ਹੈ। ਪਰ ਉਹ ਬੱਦਲ ਵੀ ਉੱਥੇ ਹੀ ਰਹਿੰਦਾ ਹੈ, ਰੁਕਦਾ ਹੈ ਤੇ ਉੱਥੇ ਮੀਂਹ ਪਾਉਂਦਾ ਹੈ, ਪਰ ਇਹ ਬੱਦਲ ਅੱਗੇ ਨਹੀਂ ਤੁਰਦਾ, ਅੱਗੇ ਨਹੀਂ ਵੱਧਦਾ। ਇਹ ਵੀ ਕਰਕੇ ਵੇਖ ਲਿਆ। ਪਰ ਜੋ ਪ੍ਰਮਾਤਮਾ ਜੀ ਨੇ ਬਣਾਇਆ, ਉਹ ਇੱਥੋਂ ਬੱਦਲ ਇੱਥੇ ਵੀ ਮੀਂਹ ਪਾ ਰਹੇ ਹੁੰਦੇ ਨੇ, ਕਈ ਵਾਰੀ ਹੋਰ ਥਾਂ ਤੇ ਵੀ, ਕਈ ਵਾਰੀ ਨੇੜ ਦਾ ਪਾਸਾ ਛੱਡ ਦਿੰਦੇ ਨੇ। ਇਹ ਪ੍ਰਮਾਤਮਾ ਜੀ ਦੀ ਜਿਹੜੀ ਸ੍ਰਿਸ਼ਟੀ ਬਣਾਈ, ਆਪਣੇ ਆਪ ਜਿਹੜੀ ਸਵੈ ਕੰਮ ਕਰਦੀ ਹੈ, ਆਪਣੇ ਆਪ ਕੰਮ ਕਰ ਰਹੀ ਹੈ, ਉਹਦੇ ਵਰਗੀ ਕੋਈ ਰੀਸ ਨਹੀਂ ਕਰ ਸਕਦਾ। ਉਹਦੇ ਵਰਗੀ ਕੋਈ ਨਹੀਂ ਰੀਸ ਕਰ ਸਕਦਾ। ਜੇ ਅਸੀਂ ਆਖੀਏ ਵੀ ਅਸੀਂ ਵੱਖਰੇ ਤੌਰ ਦੇ ਉੱਤੇ ਜਿੰਨੇ ਮਰਜ਼ੀ ਸਾਰੇ ਰੁੱਖ ਆਕਸੀਜਨ ਛੱਡਦੇ ਨੇ, ਜਿੰਨੇ ਮਰਜ਼ੀ ਰੁੱਖ ਹੋਣ, ਅਸੀਂ ਕਹਿੰਦੇ ਜਿੰਨੇ ਰੁੱਖ ਹੋਣਗੇ ਓਨੀ ਜ਼ਿੰਦਗੀ ਬਚਦੀ ਹੈ, ਪਰ ਉਸ ਆਕਸੀਜਨ ਨਾਲ ਕਦੀ ਕੋਈ ਖਤਮ ਨਹੀਂ ਹੁੰਦਾ। ਪਰ ਜਿਹੜੀ ਮਨੁੱਖ ਨੇ ਬਣਾਈ ਆਕਸੀਜਨ, ਉਹ ਵੱਧ ਚਲੀ ਜਾਵੇ ਸਰੀਰ ਦੇ ਅੰਦਰ, ਕਈ ਵਾਰੀ ਉਹ ਵੀ ਮੌਤ ਦਾ ਕਾਰਨ ਬਣ ਜਾਂਦੀ ਹੈ। ਜਦੋਂ ਕਿ ਆਕਸੀਜਨ ਤਾਂ ਜੀਵਨ ਦਿੰਦੀ ਹੈ, ਪਰ ਜੇ ਉਹ ਸਰੀਰ ਦੇ ਅੰਦਰ ਲੋੜ ਤੋਂ ਵੱਧ ਚਲੀ ਜਾਵੇ, ਉਹ ਤਦੋਂ ਵੀ ਮੌਤ ਦਾ ਕਾਰਨ ਬਣ ਜਾਂਦੀ ਹੈ। ਤੇ ਰੱਬ ਜੀਆਂ ਨੇ ਇਸ ਰੁੱਖਾਂ ਦੇ ਵਿੱਚ ਬਹੁਤ ਭਰਪੂਰ ਮਾਤਰਾ ਦੇ ਵਿੱਚ ਆਕਸੀਜਨ ਦਿੱਤੀ ਹੈ, ਉਹ ਮੌਤ ਦਾ ਕਾਰਨ ਨਹੀਂ ਬਣਦੀ, ਉਹ ਸਾਨੂੰ ਹੋਰ ਜੀਵਨ ਦਿੰਦੀ ਹੈ। ਫਿਰ ਜੋ ਵੀ ਸੰਸਾਰ ਦੇ ਵਿੱਚ ਮਨੁੱਖ ਨੇ ਆਪਣੇ ਕੋਲੋਂ ਬਣਾਇਆ, ਉਹ ਇਹਦੇ ਲਈ ਹਮੇਸ਼ਾ ਹਾਨੀਕਾਰਕ ਹੀ ਹੈ। ਕੋਈ ਵੀ ਚੀਜ਼ ਹੋਵੇ, ਕੁਝ ਵੀ ਚੀਜ਼ ਹੋਵੇ, ਜਿਹੜੀ ਮਨੁੱਖ ਨੇ ਆਪ ਬਣਾਈ ਹੈ, ਉਹਦੇ ਵਿੱਚੋਂ ਇਸ ਨੂੰ ਹਾਨੀ ਹੀ ਹੋਈ, ਬਹੁਤਾ ਲਾਭ ਨਹੀਂ ਹੋਇਆ। ਤੇ ਜਿਹੜੀ ਚੀਜ਼, ਜੋ ਵਸਤੂ ਸਾਨੂੰ ਅਕਾਲ ਪੁਰਖ ਪਰਮਾਤਮਾ ਜੀ ਨੇ ਦਿੱਤੀ ਹੈ, ਉਸ ਵਸਤੂ ਨੇ ਸਾਨੂੰ ਲਾਭ ਦਿੱਤਾ। ਕਿੰਨਾ ਲਾਭ ਦਿੱਤਾ? ਧਰਤੀ ਦੇ ਵਿੱਚ ਪਰਮਾਤਮਾ ਜੀ ਵੱਲੋਂ ਸਾਨੂੰ ਦਿੱਤਾ ਗਿਆ ਇੱਕ ਗੁਣ ਹੈ, ਅਸੀਂ ਬੀਜ ਬੀਜਦੇ ਹਾਂ, ਉਹਦੇ ਵਿੱਚੋਂ ਸਾਨੂੰ ਕਿੰਨੇ ਹੀ ਬੀਜ ਮਿਲਦੇ ਨੇ, ਕਿੰਨਾ ਪਦਾਰਥ ਮਿਲਦਾ ਹੈ, ਕਿੰਨਾ ਕੁਝ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਪਰ ਉਸ ਨੇ ਕਦੀ ਸਾਡੇ ਅੰਦਰ ਰੋਗ ਪੈਦਾ ਨਹੀਂ ਕੀਤਾ। ਪਰ ਜੋ ਮਨੁੱਖ ਨੇ ਆਪ ਕੈਮੀਕਲ ਰਲਾ ਕੇ ਭੋਜਨ ਤਿਆਰ ਕੀਤਾ, ਵਸਤੂਆਂ ਤਿਆਰ ਕੀਤੀਆਂ, ਉਹਨਾਂ ਨੂੰ ਸਵਾਦਿਸ਼ਟ ਬਣਾਉਣ ਵਾਸਤੇ, ਉਹਨਾਂ ਨੇ ਸਾਡੇ ਅੰਦਰ ਰੋਗ ਹੀ ਪੈਦਾ ਕੀਤੇ, ਸਾਨੂੰ ਅਰੋਗੀ ਜੀਵਨ ਨਹੀਂ ਦਿੱਤਾ। ਫਿਰ ਜਦੋਂ ਅਸੀਂ ਔਖਦ ਖਾਂਦੇ ਹਾਂ, ਔਸ਼ਧੀ ਖਾਂਦੇ ਹਾਂ, ਉਦੋਂ ਵੀ ਅਸੀਂ ਪੁੱਛਦੇ ਹਾਂ ਵੀ ਇਹਦੇ ਅੰਦਰ ਕੋਈ ਕੈਮੀਕਲ ਤਾਂ ਨਹੀਂ। ਕਿਉਂ? ਕਿਉਂਕਿ ਜਿਹੜੀ ਮਨੁੱਖ ਨੇ ਬਣਾਈ, ਹੁਣ ਜਿਹੜੀ ਕੈਮੀਕਲ ਹੈ ਤੇ ਜਿਹੜੀ ਨਾਰਮਲ ਚੀਜ਼ ਹੈ, ਕੁਦਰਤੀ ਢੰਗ ਨਾਲ ਬਣਾਈ ਹੋਈ ਹੈ, ਬਣਾਈ ਉਹ ਵੀ ਮਨੁੱਖ ਨੇ ਹੈ, ਪਰ ਇੱਕ ਕੁਦਰਤ ਦੇ ਵਿੱਚੋਂ ਗੁਣ ਲੈ ਕੇ ਉਹ ਬਣਾਈ ਗਈ, ਇੱਕ ਆਪ ਆਪਣੀ ਤਕਨੀਕ ਦੇ ਨਾਲ ਬਣਾਈ ਗਈ। ਸੋ ਉਸ ਨੇ ਹਮੇਸ਼ਾ ਬੰਦੇ ਨੂੰ ਘਾਟਾ ਦਿੱਤਾ। ਇਸ ਕਰਕੇ ਜੋ ਵੀ ਕਰ ਰਿਹਾ ਹੈ, ਉਹ ਪਰਮਾਤਮਾ ਕਰਦਾ ਹੈ। ਜੇ ਕੋਈ ਦੂਸਰਾ ਬੰਦਾ ਉਸ ਨੂੰ ਕਰਨ ਦਾ ਯਤਨ ਕਰੇਗਾ, ਉਸ ਨੂੰ ਬਣਾਉਣ ਦਾ ਯਤਨ ਕਰੇਗਾ, ਤਾਂ ਉਹ ਹਮੇਸ਼ਾ ਹਾਨੀ ਹੀ, ਘਾਟੇ ਦੇ ਵਿੱਚ ਹੀ ਜਾਏਗਾ, ਉਹਦੇ ਵਿੱਚ ਉਹਨੂੰ ਕੁਝ ਲਾਭ ਨਹੀਂ ਮਿਲ ਸਕਦਾ। ਇਸ ਕਰਕੇ ਇਹ ਅਕਾਲ ਪੁਰਖ ਪਰਮਾਤਮਾ ਜੀ ਦੀ ਇਹ ਕਿਰਪਾ ਹੈ ਕਿ ਕਰਨ ਕਾਰਨ ਪ੍ਰਭ ਏਕ ਹੈ। ਨਾ ਤਾਂ ਸਾਡਾ ਉਸ ਨੂੰ ਆਖਣ, ਜੇ ਅਸੀਂ ਬੋਲ ਰਹੇ ਹਾਂ, ਇਹਦੇ ਵਿੱਚ ਵੀ ਸਾਡੀ ਕੋਈ ਸੱਤਾ ਨਹੀਂ ਹੈ। ਇਹ ਵੀ ਅਸੀਂ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਬੋਲ ਰਹੇ ਹਾਂ। ਆਖਣ ਜੋਰ ਚੁੱਪੇ ਨਾ ਜ਼ੋਰ, ਜ਼ੋਰ ਨਾ ਮੰਗਣ ਦੇ ਨਾ ਜ਼ੋਰ। ਨਾ ਸਾਡਾ ਮੰਗਣ ਦੇ ਵਿੱਚ ਕੋਈ ਜ਼ੋਰ ਹੈ, ਨਾ ਕਿਸੇ ਨੂੰ ਦਾਤ ਦੇਣ ਦੇ ਵਿੱਚ ਕੋਈ ਜ਼ੋਰ ਹੈ। ਆਖਣ ਮੰਗਣ ਦੇ ਨਾ ਜ਼ੋਰ, ਉਹ ਅਕਾਲ ਪੁਰਖ ਪਰਮਾਤਮਾ ਜੀ ਦੀ ਕਿਰਪਾ ਦੁਆਰਾ ਹੀ ਅਸੀਂ ਕਰ ਰਹੇ ਹਾਂ। ਜ਼ੋਰ ਨਾ ਜੀਵਨ, ਮਰਨਾ ਜ਼ੋਰ। ਨਾ ਸਾਡਾ ਜੀਵਨ ਦੇ ਵਿੱਚ ਜ਼ੋਰ ਚੱਲ ਸਕਦਾ ਹੈ, ਨਾ ਸਾਡਾ ਮੌਤ ਦੇ ਵਿੱਚ ਜ਼ੋਰ ਚੱਲ ਸਕਦਾ ਹੈ। ਇਹ ਅਕਾਲ ਪੁਰਖ ਪਰਮਾਤਮਾ ਜੀ ਦੇ ਹੁਕਮ ਅਨੁਸਾਰ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਹੁਣ ਪਰਮਾਤਮਾ ਕੀ ਕਰਦਾ ਹੈ? ਕਹਿੰਦੇ ਨੇ, ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਇਹ ਤਾਂ ਪਰਮਾਤਮਾ ਜੀ ਦੀ ਮਰਜ਼ੀ ਹੈ ਕਿ ਪਰਮਾਤਮਾ ਸਾਨੂੰ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ। ਇੰਨੀ ਵੱਡੀ ਤਾਕਤ ਹੈ ਪਰਮਾਤਮਾ ਜੀ ਦੇ ਅੰਦਰ। ਪ੍ਰਭ ਭਾਵੈ ਬਿਨ ਸਾਸ ਤੇ ਰਾਖੇ, ਬਿਨਾਂ ਸਾਹਾਂ ਤੋਂ ਰੱਖ ਸਕਦਾ ਹੈ ਸਾਨੂੰ, ਉਹਦੀ ਮਰਜ਼ੀ ਹੈ। ਉਸ ਪਰਮਾਤਮਾ ਜੀ ਦੀ ਮਰਜ਼ੀ ਹੈ ਕਿ ਜਿਵੇਂ ਉਹ ਸਾਨੂੰ ਜੀਵਨ ਨੂੰ ਚਾਹੁੰਦਾ ਹੈ, ਉਵੇਂ ਉਹ ਰੱਖ ਸਕਦਾ ਹੈ। ਨਾਨਕ ਤਿਸ ਬਲਿਹਾਰ ਨੇ ਜਲ ਥਲ ਮਈਲ ਸੋਏ। ਹੈ ਮਨੁੱਖ, ਉਸ ਪਰਮਾਤਮਾ ਜੀ ਤੋਂ ਬਲਿਹਾਰ ਜਾ, ਜਿਹੜਾ ਜਲ ਦੇ ਵਿੱਚ, ਧਰਤੀ ਦੇ ਉੱਪਰ ਇੱਕੋ ਜਿਹਾ ਵਰਤ ਰਿਹਾ ਹੈ। ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ
ਵੀ ਸੱਚ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਇਹਦਾ ਅਰਥ ਬਣਦਾ ਹੈ ਪਰਮਾਤਮਾ ਜਦੋਂ ਸ੍ਰਿਸ਼ਟੀ ਸਾਜੀ ਉਦੋਂ ਵੀ ਸੀ ਪਰਮਾਤਮਾ। ਮੱਧ ਦਾ ਅਰਥ ਹੁੰਦਾ ਹੈ ਵਿਚਕਾਰਲਾ ਪਾਸਾ, ਜਿਵੇਂ ਹੋਣ ਵਾਲਾ ਸਮਾਂ, ਹੁਣ ਵੀ ਪਰਮਾਤਮਾ ਮੌਜੂਦ ਹੈ। ਅੰਤ ਪੂਰਨ ਪਰਮੇਸ਼ਰ ਹੈ। ਕਹਿੰਦੇ ਨੇ ਜਦੋਂ ਇਹ ਸਾਰਾ ਕੁਝ ਖਤਮ ਹੋ ਜਾਏਗਾ ਨਾ, ਤਦੋਂ ਵੀ ਅਕਾਲ ਪੁਰਖ ਪਰਮਾਤਮਾ ਪੂਰਨ ਪਰਮੇਸ਼ਰ ਇਸ ਧਰਤੀ ਦੇ ਉੱਪਰ ਮੌਜੂਦ ਰਹੇਗਾ। ਤਦੋਂ ਵੀ ਉਹ ਪਰਮਾਤਮਾ ਇਸ ਧਰਤੀ ਦੇ ਉੱਪਰ ਰਹੇਗਾ, ਕਿਉਂਕਿ ਉਹਦੇ ਉੱਪਰ ਸਮੇਂ ਦਾ ਕੋਈ ਪ੍ਰਵਾਹ ਨਹੀਂ ਹੈ। ਸਮਾਂ ਜਿਹੜਾ ਸਾਡੇ ਉੱਪਰ ਚੱਲਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਪਰਮਾਤਮਾ ਜਿੰਨੀ ਸਮਰੱਥਾ ਰੱਖਣ ਵਾਲਾ ਹੈ, ਇੰਨੀ ਤਾਕਤ ਰੱਖਣ ਵਾਲਾ ਹੈ ਕਿ ਉਸ ਅਕਾਲ ਪੁਰਖ ਪਰਮਾਤਮਾ ਜੀਆਂ ਦੇ ਨਾਲ ਸਾਨੂੰ ਝਗੜਾ ਕਰਨਾ ਚਾਹੀਦਾ। ਉਹ ਅਕਾਲ ਪੁਰਖ ਪਰਮਾਤਮਾ ਦੇ ਨਾਲ ਸਾਨੂੰ ਉਲਾਂਭੇ ਦੇਣੇ ਚਾਹੀਦੇ ਨੇ, ਜਾਂ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਇਹ ਕਹਿ ਸਕਦੇ ਹਾਂ ਕਿ ਤੇਰੇ ਅੰਦਰ ਸਮਰੱਥਾ ਨਹੀਂ ਹੈ। ਗੁਰਬਾਣੀ ਨੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਬੰਦਿਆ, ਜਿਹੜਾ ਪਰਮਾਤਮਾ ਧਰਤੀ ਨੂੰ ਸਾਜ ਕੇ ਧਰਤੀ ਨੂੰ ਖਤਮ ਕਰ ਸਕਦਾ ਹੈ, ਤੂੰ ਆਪ ਸੋਚ ਉਹ ਪਰਮਾਤਮਾ ਕਿੰਨੀ ਵੱਡੀ ਤਾਕਤ ਦਾ ਮਾਲਕ ਹੋਵੇਗਾ, ਕਿੰਨੀ ਵੱਡੀ ਸਮਰੱਥਾ ਦਾ ਮਾਲਕ ਹੋਏਗਾ, ਜਦੋਂ ਕਿ ਤੇਰੇ ਸਵਾਸ ਵੀ ਉਹਦੇ ਅਨੁਸਾਰ ਚੱਲਦੇ ਨੇ, ਤੇਰਾ ਬੋਲਣਾ ਵੀ ਉਸ ਅਨੁਸਾਰ ਚੱਲਦਾ ਹੈ, ਬੈਠਣਾ ਤੁਰਨਾ ਸਭ ਕੁਝ ਉਹਦੇ ਅਨੁਸਾਰ ਹੈ। ਫਿਰ ਉਸ ਪਰਮਾਤਮਾ ਦੇ ਨਾਲ ਤੂੰ ਕਿਉਂ ਦੁਸ਼ਮਣੀ ਕਰਦਾ ਹੈ? ਤੂੰ ਪਰਮਾਤਮਾ ਦੇ ਨਾਲ ਵੈਰ ਕਰਦਾ ਹੈ? ਕਿਉਂ ਨਾ ਉਹਨੂੰ ਨਮਸਕਾਰ ਕਰ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਉਹਦੇ ਨਾਲ ਸਾਡਾ ਕੋਈ ਚਾਰਾ ਨਹੀਂ ਚੱਲ ਸਕਦਾ। ਚਾਰੇ ਤੋਂ ਭਾਵ ਹੁੰਦਾ ਹੈ ਕਿ ਸਾਡਾ ਕੋਈ ਜ਼ੋਰ ਨਹੀਂ ਚੱਲ ਸਕਦਾ, ਕੋਈ ਸਾਡੀ ਤਾਕਤ ਨਹੀਂ ਕੰਮ ਕਰ ਸਕਦੀ। ਅਸੀਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਡਰਾ ਨਹੀਂ ਸਕਦੇ, ਧਮਕਾ ਨਹੀਂ ਸਕਦੇ, ਕਿਉਂਕਿ ਉਹ ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾਕਾ ਰੂਪ। ਉਹ ਅਛਲ ਜਿਹੜਾ ਛਲਿਆ ਨਹੀਂ ਜਾ ਸਕਦਾ, ਅਛੇਦ ਜਿਹਨੂੰ ਸ਼ਸਤਰ ਦੇ ਨਾਲ ਕਟਿਆ ਨਹੀਂ ਜਾ ਸਕਦਾ, ਛੇਦਿਆ ਨਹੀਂ ਜਾ ਸਕਦਾ। ਅਪਾਰ ਹੈ ਉਹ ਅਕਾਲ ਪੁਰਖ ਪਰਮਾਤਮਾ, ਬਹੁਤ ਉੱਚਾ ਜਾਕਾ ਰੂਪ। ਸੋ ਇੰਨੀ ਸਮਰੱਥਾ ਰੱਖਣ ਵਾਲੇ ਪ੍ਰਮਾਤਮਾ ਨੂੰ ਕੀ ਕਰਦੇ ਨੇ ਸੇਵਕ ਜਨ? ਜਪ ਜਪ ਕਰੇ ਆਨੰਦ ਜਨ ਆਚਰਜ ਅਨੂਪ। ਉਸ ਪ੍ਰਮਾਤਮਾ ਨੂੰ ਜਪ ਜਪ ਕੇ ਸਿਮਰਨ ਕਰ ਕਰਕੇ ਆਪਣੇ ਅੰਦਰ ਵਸਾਉਣ ਦਾ ਯਤਨ ਕਰਦੇ ਨੇ, ਕਿਉਂਕਿ ਉਹਦੇ ਨਾਲ ਸਾਡਾ ਕੋਈ ਚਾਰਾ ਨਹੀਂ ਚੱਲ ਸਕਦਾ। ਉਹਦੇ ਅੱਗੇ ਸਾਡੀ ਕੋਈ ਤਾਕਤ, ਕੋਈ ਫੌਜ ਜਾਂ ਸ਼ਾਸਤਰੀ ਤਾਕਤ ਜਾਂ ਕੋਈ ਹੋਰ ਤਰੀਕਾ ਨਹੀਂ ਚੱਲ ਸਕਦਾ। ਤੇ ਗੁਰਬਾਣੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ, ਜੇ ਚਾਹੁੰਦੇ ਆ ਕਿ ਅਕਾਲ ਪੁਰਖ ਪਰਮਾਤਮਾ ਸਾਡੇ ਅਨੁਸਾਰ ਹੋ ਜਾਵੇ, ਤੇ ਕਹਿੰਦੇ ਨੇ ਆਪਣਾ ਮਨ ਗੁਰੂ ਅੱਗੇ ਅਰਪਣ ਕਰਦੇ, ਆਪਣਾ ਮਨ ਉਸ ਪਰਮਾਤਮਾ ਜੀ ਨੂੰ ਸੌਂਪ ਦੇ। ਪਰ ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਸਮਝ ਲੱਗਣੀ ਬਹੁਤ ਜ਼ਰੂਰੀ ਹੈ ਕਿ ਅਕਾਲ ਪੁਰਖ ਪਰਮਾਤਮਾ ਹੀ ਸਾਰਾ ਪਸਾਰਾ ਪਸਰ ਰਿਹਾ ਹੈ। ਜੋ ਕੁਝ ਕਰਦਾ ਹੈ ਉਹ ਪ੍ਰਮਾਤਮਾ ਹੀ ਕਰ ਰਿਹਾ ਹੈ। ਤੇ ਜਦੋਂ ਪ੍ਰਮਾਤਮਾ ਕਰ ਰਿਹਾ ਹੋਵੇ ਉਦੋਂ ਫਿਰ ਭਾਣੇ ਨੂੰ ਮੰਨਣਾ ਬਹੁਤ ਜ਼ਿਆਦਾ ਲਾਜ਼ਮੀ ਬਣ ਜਾਂਦਾ ਹੈ, ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ। ਸੋ ਇਸ ਕਰਕੇ ਬੰਦਾ ਇਹ ਨਹੀਂ ਕਹਿ ਸਕਦਾ ਕਿ ਇਹ ਰੱਬ ਜੀ ਤੂੰ ਸਮੇਂ ਤੋਂ ਪਹਿਲਾਂ ਇਸ ਜੀਵ ਨੂੰ ਮੌਤ ਦੇ ਦਿੱਤੀ ਹੈ, ਤੂੰ ਸਮੇਂ ਤੋਂ ਪਹਿਲਾਂ ਇਸ ਜੀਵ ਨੂੰ ਉਠਾ ਲਿਆ, ਚੁੱਕ ਲਿਆ ਹੈ। ਪਰਮਾਤਮਾ ਜੀਓ ਤੂੰ ਆਪ ਸਾਡੇ ਸਰੀਰਾਂ ਨੂੰ ਮਾੜਾ ਚੰਗਾ ਬਣਾਇਆ ਹੈ। ਵੇਖੋ ਇੱਕ ਕੁਦਰਤੀ ਹੈ, ਅਸੀਂ ਆਪਣੇ ਸਰੀਰ ਨੂੰ ਸ਼ਿੰਗਾਰ ਕਰ ਸਕਦੇ ਹਾਂ, ਪਰ ਕਿੰਨੇ ਕੁ ਸਮੇਂ ਤੱਕ? ਕਦੀ ਤਾਂ ਸਾਡੇ ਅੰਦਰ ਦਾ ਭੇਦ ਖੁੱਲ ਜਾਏਗਾ ਨਾ, ਕਦੀ ਤਾਂ ਸਾਡੇ ਅੰਦਰ ਦੇ ਸਾਡੇ ਚਿਹਰੇ ਦੀ ਚਮੜੀ ਦਾ ਜਿਹੜਾ ਭੇਦ ਹੈ ਖੁੱਲੇਗਾ ਜ਼ਰੂਰ। ਕਿੰਨਾ ਕੁ ਲੰਮਾ ਸਮਾਂ ਅਸੀਂ ਆਪਣੇ ਆਪ ਦੇ ਮੁਖ ਨੂੰ ਸ਼ਿੰਗਾਰ ਕੇ ਰੱਖ ਸਕਦੇ ਹਾਂ? ਇਸ ਕਰਕੇ ਜੋ ਪ੍ਰਮਾਤਮਾ ਜੀ ਨੇ ਦਿੱਤਾ ਉਸ ਨੂੰ ਸਵੀਕਾਰ ਕਰਕੇ ਉਹਦੇ ਹੁਕਮ ਦੇ ਵਿੱਚ ਚੱਲਣਾ, ਇਹ ਬਹੁਤ ਵੱਡੀ ਗੱਲ ਹੈ। ਤਾਂ ਜਾ ਕੇ ਪ੍ਰਮਾਤਮਾ ਲੱਭਿਆ ਜਾ ਸਕਦਾ ਹੈ, ਤਾਂ ਜਾ ਕੇ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਜਦੋਂ ਉਸ ਦੀ ਕੁਦਰਤੀ ਜੋ ਢੰਗ ਹੈ, ਜੋ ਕੁਦਰਤ ਨੇ ਸਾਨੂੰ ਦਿੱਤਾ, ਉਸ ਨੂੰ ਸਵੀਕਾਰ ਕਰ ਲੈਣਾ, ਉਸ ਨੂੰ ਮੰਨ ਲੈਣਾ।
ਤਦੋਂ ਜਾ ਕੇ ਪ੍ਰਮਾਤਮਾ ਜੀ ਹਿਰਦੇ ਦੇ ਵਿੱਚ ਵਸਦੇ ਨੇ। ਕਿਉਂਕਿ ਗੁਰਬਾਣੀ ਦਾ ਸ਼ਬਦ ਹੈ, ਕਹਿੰਦੇ ਨੇ ਕੁਮਹਾਰੇ ਏਕ ਜੋ ਮਾਟੀ ਗੂੰਦੀ। ਘੁਮਿਆਰ ਨੇ, ਰੱਬ ਨੇ ਇੱਕ ਮਿੱਟੀ ਗੁੰਨੀ ਬਣਾਈ ਹੈ, ਤੇ ਕਹਿੰਦੇ ਨੇ ਫਿਰ ਉਸ ਤੋਂ ਬਾਅਦ ਰੱਬ ਜੀਆਂ ਨੇ ਭਾਂਡੇ ਸਾਜੇ ਨੇ, ਸਰੀਰ ਸਾਜੇ ਨੇ। ਸਾਜ ਕੇ ਫਿਰ ਕਹਿੰਦੇ ਨੇ ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਬਿਆਦ ਲਗਾਈ। ਕਈਆਂ ਭਾਂਡਿਆਂ ਨੂੰ, ਸਰੀਰਾਂ ਨੂੰ ਤਾਂ ਐ ਮੋਤੀ ਜੜ ਜੜ ਕੇ ਬਹੁਤ ਸੁੰਦਰ ਬਣਾ ਦਿੱਤਾ, ਤੇ ਕਹਿੰਦੇ ਨੇ ਕਈਆਂ ਸਰੀਰਾਂ ਦੇ ਵਿੱਚ ਬਿਆਦ ਲਗਾ ਦਿੱਤੀ, ਭਾਵ ਕਿ ਚਿੱਬੇ ਕਰ ਦਿੱਤੇ। ਇਹ ਤਾਂ ਰੱਬ ਜੀ ਦੀ ਮਰਜ਼ੀ ਹੈ ਨਾ। ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਬਿਆਦ ਲਗਾਈ, ਇਹ ਰੱਬ ਜੀਆਂ ਦੀ ਮਰਜ਼ੀ ਹੈ। ਪਰ ਉਸ ਦੀ ਮਰਜ਼ੀ ਅਨੁਸਾਰ ਚੱਲਣਾ, ਉਸ ਦੇ ਹੁਕਮ ਅਨੁਸਾਰ ਚੱਲਣਾ ਸਾਡਾ ਜੀਵਾਂ ਦਾ ਫਰਜ਼ ਹੈ। ਇਹ ਪਰਮਾਤਮਾ ਜੀ ਦੀ ਮਰਜ਼ੀ ਦੇ ਨਾਲ ਇਹ ਸਾਡਾ ਸਰੀਰ ਬਣਿਆ। ਪਰਮਾਤਮਾ ਜੀ ਦੀ ਮਰਜ਼ੀ ਦੇ ਨਾਲ ਸਾਨੂੰ ਸਾਰਾ ਸਰੀਰ ਸੰਸਾਰ ਦੇ ਵਿੱਚ ਆਉਣ ਦਾ ਸਬਬ ਜਿਹੜਾ ਪ੍ਰਾਪਤ ਹੋਇਆ। ਤੇ ਸਤਿਗੁਰੂ ਜੀ ਸਾਨੂੰ ਇੱਥੇ ਇਹੀ ਸਮਝਾਉਂਦੇ ਨੇ, ਗੱਲਾਂ ਤੂੰ ਕਰਦਾ ਹੈ ਕਿ ਮੈਂ ਪਰਮਾਤਮਾ ਲੱਭ ਲੈਣਾ ਹੈ, ਮੈਂ ਪਰਮਾਤਮਾ ਪਾ ਲੈਣਾ ਹੈ, ਪਰ ਉਹਦੀ ਮਰਜ਼ੀ ਅਨੁਸਾਰ ਤੂੰ ਨਹੀਂ ਚੱਲਦਾ, ਉਹਦੀ ਆਗਿਆ ਅਨੁਸਾਰ ਤੂੰ ਨਹੀਂ ਚੱਲਦਾ। ਪਰ ਇਹ ਕਹਿਣਾ ਕਿ ਪਰਮਾਤਮਾ ਮੈਨੂੰ ਲੱਭ ਜਾਵੇ, ਪਰਮਾਤਮਾ ਮੈਨੂੰ ਮਿਲ ਜਾਵੇ, ਪਰਮਾਤਮਾ ਪ੍ਰਾਪਤ ਹੋ ਜਾਵੇ। ਪਰ ਹੋਵੇਗਾ ਕਿਉਂ? ਕਿਉਂਕਿ ਤੂੰ ਉਹਦੀ ਮਰਜ਼ੀ ਅਨੁਸਾਰ ਨਹੀਂ ਚੱਲਦਾ, ਤੂੰ ਆਪਣੀ ਮਰਜ਼ੀ ਅਨੁਸਾਰ ਕੰਮ ਕਰਦਾ ਹੈ, ਆਪਣੇ ਆਪ ਨੂੰ ਸਾਜਦਾ ਹੈ, ਆਪਣੇ ਆਪ ਨੂੰ ਸਵਾਰਦਾ ਹੈ। ਪਰ ਸਤਿਗੁਰੂ ਜੀ ਸਾਨੂੰ ਇੱਥੇ ਇਹੀ ਗੱਲ ਸਮਝਾਉਂਦੇ ਨੇ, ਬੰਦਿਆ ਜਦੋਂ ਤੈਨੂੰ ਪਤਾ ਲੱਗ ਗਿਆ ਨਾ ਪ੍ਰਮਾਤਮਾ ਹਰ ਥਾਂ ਮੌਜੂਦ ਹੈ, ਫਿਰ ਤੂੰ ਕਦੀ ਕਿਸੇ ਨੂੰ ਮੰਦਾ ਨਹੀਂ ਬੋਲੇਗਾ, ਫਿਰ ਤੂੰ ਕਦੀ ਕਿਸੇ ਨੂੰ ਮਾੜਾ ਨਹੀਂ ਸਮਝੇਗਾ, ਫਿਰ ਤੂੰ ਕਦੀ ਕਿਸੇ ਨੂੰ ਉੱਚਾ ਨੀਵਾਂ ਨਹੀਂ ਸਮਝੇਗਾ। ਸਗੋਂ ਸਾਰਿਆਂ ਦੇ ਵਿੱਚ ਇੱਕ ਅਕਾਲ ਪੁਰਖ ਪਰਮਾਤਮਾ ਜੀ ਦੇ ਦਰਸ਼ਨ ਕਰੇਗਾ, ਸਾਰਿਆਂ ਦੇ ਵਿੱਚ ਇੱਕ ਅਕਾਲ ਪੁਰਖ ਪਰਮਾਤਮਾ ਜੀਆਂ ਨੂੰ ਵੇਖੇਗਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਮਰਦਾਨਾ ਜੀ ਦੇ ਕੋਲੋਂ ਸ਼ਬਦ ਸੁਣੇ ਸੀ ਨਾ, ਉਹ ਸਾਜ਼ ਵਜਾਉਂਦਾ ਸੀ, ਸਾਜ਼ ਵਜਾ ਕੇ ਤੇ ਕਹਿੰਦੇ ਨੇ ਉਹ ਫਿਰ ਘਰ ਘਰ ਦੇ ਵਿੱਚ ਮੰਗਦਾ ਸੀ ਭਾਈ ਮਰਦਾਨਾ। ਤੇ ਕਹਿੰਦੇ ਨੇ ਜਦੋਂ ਮੰਗਣ ਜਾਣਾ, ਇੱਕ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਉਸ ਦੇ ਹੱਥ ਦੇ ਵਿੱਚ ਫੜੇ ਹੋਏ ਸਾਜ਼ ਨੂੰ ਵੱਜਦਾ ਵੇਖਿਆ। ਤੇ ਗੁਰੂ ਨਾਨਕ ਸਾਹਿਬ ਜੀ ਪੁੱਛਦੇ ਨੇ ਕਿ ਮਰਦਾਨਿਆ, ਇਹ ਤੂੰ ਕਿਸ ਵਾਸਤੇ ਕਰਦਾ ਹੈ, ਇਹ ਸਾਜ਼ ਇੰਨਾ ਸੋਹਣਾ ਕਿਉਂ ਵਜਾਉਣਾ ਹੈ? ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ, ਮਹਾਰਾਜ ਇਹ ਮੈਂ ਤਾਂ ਵਜਾਉਣਾ ਹੈ, ਲੋਕ ਇਸ ਦੀ ਧੁਨ ਸੁਣ ਕੇ, ਲੋਕ ਮੇਰੇ ਮੂੰਹ ਦੀਆਂ ਸ਼ਬਦ ਦੀਆਂ ਸਿਫਤਾਂ ਸੁਣ ਕੇ ਮੈਨੂੰ ਧਨ ਦਿੰਦੇ ਨੇ, ਇਸ ਢੰਗ ਦੇ ਨਾਲ ਮੇਰਾ ਘਰ ਦਾ ਗੁਜ਼ਾਰਾ ਚੱਲਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੀ ਗੱਲ ਸਮਝਾਈ, ਕਹਿੰਦੇ ਇਹ ਜਿਹੜੇ ਜੀਵ ਨੇ ਇਹ ਤਾਂ ਆਪ ਭਿਖਾਰੀ ਹਨ, ਇਹਨਾਂ ਅੱਗੇ ਤੂੰ ਸਾਜ਼ ਵਜਾਇਆ, ਕੁਝ ਕੁ ਸਿਫਤਾਂ ਕਰ ਦਿੱਤੀਆਂ, ਕਿਸੇ ਦੇ ਘਰ ਦੇ ਵਿੱਚ ਧੀ ਪੁੱਤਰ ਜਨਮ ਲਿਆ ਜਾਂ ਕੋਈ ਵਿਆਹ ਸ਼ਾਦੀ ਹੋਇਆ, ਉੱਥੇ ਜਾ ਕੇ ਤੂੰ ਇਸ ਨੂੰ ਵਜਾਇਆ, ਸਾਜ਼ ਨੂੰ ਵਜਾਇਆ, ਇਹਦੀਆਂ ਮਿੱਠੀਆਂ ਧੁਨਾਂ ਨੇ ਉਹਨਾਂ ਨੂੰ ਮੋਹਿਤ ਕੀਤਾ, ਉਹਨਾਂ ਨੇ ਖੁਸ਼ ਹੋ ਕੇ ਤੈਨੂੰ ਕੁਝ ਰੁਪਈਏ ਦੇ ਦਿੱਤੇ। ਪਰ ਸੋਚ, ਜੇ ਇਹੀ ਸਾਜ਼ ਅਕਾਲ ਪੁਰਖ ਪਰਮਾਤਮਾ ਜੀਆਂ ਦੇ ਵਾਸਤੇ ਵਜਣ ਲੱਗ ਪਵੇ, ਇਹੀ ਸਿਫਤ ਸਲਾਹ ਤੂੰ ਪਰਮਾਤਮਾ ਜੀ ਦੀ ਕਰਨ ਲੱਗ ਪਵੇ, ਤੇ ਉਹ ਜਿਹੜਾ ਧਨ ਪਦਾਰਥ ਹੈ, ਉਹ ਜਿਹੜੀ ਕਿਰਪਾ ਹੈ, ਉਹ ਕਿਸੇ ਗਿਣਤੀਆਂ ਦੇ ਵਿੱਚ ਨਹੀਂ ਹੋਵੇਗੀ, ਕਿਸੇ ਮਿਣਤੀ ਦੇ ਵਿੱਚ ਨਹੀਂ ਹੋਏਗੀ, ਸਗੋਂ ਅਖੁੱਟ ਹੋਏਗੀ, ਜਿਹਦੀ ਕੋਈ ਤੋੜ ਨਹੀਂ ਆ ਸਕਦੀ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਹੋ ਜਿਹਾ ਨਾਮ ਧਨ ਨਾ ਤਾਂ ਅਸੀਂ ਕਦੇ ਵੇਖਿਆ, ਨਾ ਅਸੀਂ ਵੇਖਣਾ ਚਾਹੁੰਦੇ ਹਾਂ, ਤੇ ਨਾ ਹੀ ਅਸੀਂ ਇਹੋ ਜਿਹੇ ਕਾਰਜ ਕਰ ਸਕਦੇ ਆ। ਸਾਡਾ ਕੰਮ ਹੈ ਲੋਕਾਂ ਨੂੰ ਖੁਸ਼ ਕਰਕੇ, ਉਹਨਾਂ ਦੇ ਕੋਲੋਂ ਧਨ ਲੈ ਕੇ ਆਪਣੇ ਜੀਵਨ ਦਾ ਨਿਰਵਾਹ ਚਲਾਉਣਾ। ਸਾਨੂੰ ਨਹੀਂ ਪਤਾ ਕਿ ਉਹ ਅਕਾਲ ਪੁਰਖ ਪਰਮਾਤਮਾ ਕਿੱਥੇ ਹੈ, ਉਹ ਪਰਮਾਤਮਾ ਕਿਸ ਜਗ੍ਹਾ ਤੇ ਵਸਦਾ ਹੈ, ਕਿਹੜੀਆਂ ਦਾਤਾਂ ਉਹ ਦਿੰਦਾ ਹੈ, ਕਿਵੇਂ ਦਿੰਦਾ ਹੈ, ਕਿਵੇਂ ਸ੍ਰਿਸ਼ਟੀ ਨੂੰ ਚਲਾਉਂਦਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਸਭ ਕੁਝ ਤੈਨੂੰ ਸਮਝ ਲੱਗੇਗਾ, ਪਰ ਇੱਕ ਵਾਰੀ ਤੈਨੂੰ ਨਾਲ ਚੱਲਣਾ ਪਵੇਗਾ, ਨਾਲ ਚੱਲਣਾ ਪਵੇਗਾ। ਗੁਰੂ ਨਾਨਕ ਸਾਹਿਬ ਜੀਆਂ ਦੇ ਉੱਪਰ ਵਿਸ਼ਵਾਸ ਤੇ ਭਰੋਸਾ ਕਰਕੇ ਭਾਈ ਮਰਦਾਨਾ ਜੀ ਨਾਲ ਚਲੇ ਗਏ।
ਕਿੰਨਾ ਕਿੰਨਾ ਸਮਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਿਤਾਇਆ। ਸਭ ਤੋਂ ਜਿਹੜੀ ਪਹਿਲੀ ਉਦਾਸੀ ਹੈ 7 ਸਾਲ ਦੀ ਸੀ। 7 ਸਾਲਾਂ ਤੱਕ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀਆਂ ਦੇ ਨਾਲ ਰਹੇ। ਜਦੋਂ ਕਿ ਉਹ ਕਹਿ ਸਕਦੇ ਸਨ, ਬਾਬਾ ਮੈਂ ਮੁੜ ਚੱਲਿਆ, ਮੇਰੇ ਤੋਂ ਇੰਨਾ ਲੰਮਾ ਸਮਾਂ ਨਹੀਂ ਤੇਰੇ ਨਾਲ ਰਿਹਾ ਜਾਂਦਾ। ਜਿਸ ਪਿੰਡ ਦੇ ਵਿੱਚ ਅਸੀਂ ਪਹੁੰਚਦੇ ਹਾਂ ਉਹ ਪਿੰਡ ਵਾਲੇ ਵੀ ਸਾਨੂੰ ਬਾਹਰ ਕੱਢ ਦਿੰਦੇ ਨੇ ਵੀ ਸਾਡੇ ਪਿੰਡ ਦੇ ਵਿੱਚ ਸਾਧੂਆਂ ਦੀ ਦੌੜ ਨਹੀਂ, ਤੁਸੀਂ ਇੱਥੇ ਚਲੇ ਜਾਓ, ਇੱਥੇ ਤੁਹਾਡਾ ਵਾਸਾ ਨਹੀਂ ਹੋ ਸਕਦਾ। ਭਾਈ ਮਰਦਾਨਾ ਜੀ ਕਈ ਰਾਤਾਂ ਜੰਗਲਾਂ ਦੇ ਵਿੱਚ ਗੁਜ਼ਾਰੀਆਂ ਹੋਣਗੀਆਂ, ਪਰ ਜਦੋਂ ਅੰਤਲਾ ਸਮਾਂ ਆਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀਆਂ ਨੂੰ ਇੱਕ ਗੱਲ ਪੁੱਛਦੇ ਨੇ। ਕਹਿੰਦੇ ਭਾਈ ਮਰਦਾਨਿਆ, ਤੇਰੇ ਕਰਕੇ ਕਈ ਸੰਸਾਰ ਦੇ ਜੀਵਾਂ ਨੂੰ ਗਿਆਨ ਮਿਲਿਆ, ਕੌਡੇ ਰਾਖਸ਼ ਨੂੰ ਗਿਆਨ ਮਿਲਿਆ, ਸੱਜਣ ਠੱਗ ਨੂੰ ਗਿਆਨ ਮਿਲਿਆ, ਕਈ ਵੈਸ਼ਨੂ ਸਾਧੂਆਂ ਨੂੰ ਗਿਆਨ ਮਿਲਿਆ। ਸਿੱਧਾਂ ਦੇ ਕੋਲ ਤੂੰ ਜਾ ਕੇ ਉਹਨਾਂ ਨੂੰ ਗਿਆਨ ਦਿੱਤਾ। ਕਿੱਥੇ? ਸਮੇਰ ਪਰਬਤ ਤੇ ਚੜ ਕੇ, ਸਿੰਧ ਪਰਬਤ ਤੇ ਚੜ ਕੇ, ਤਿੱਥੋਂ ਤੱਕ ਤੂੰ ਜਾਂਦਾ ਰਿਹਾ, ਤੂੰ ਗਿਆਨ ਦਿੱਤਾ ਹੈ। ਵਜ੍ਹਾ ਕੌਣ ਬਣਿਆ? ਤੂੰ ਬਣਿਆ। ਤੇਰੇ ਕਰਕੇ ਤੂੰ ਹੁਣ ਮੈਨੂੰ ਇਹ ਦੱਸ ਵੀ ਜਦੋਂ ਤੇਰਾ ਅੰਤਲਾ ਸਮਾਂ, ਜਦੋਂ ਤੂੰ ਅਕਾਲ ਚਲਾਣਾ ਕਰ ਜਾਵੇਂ, ਤੇਰੀ ਕੋਈ ਸਮਾਧ ਬਣਾ ਦਈਏ, ਤੇਰੀ ਕੋਈ ਮੜੀ ਬਣਾ ਦਈਏ। ਭਾਈ ਮਰਦਾਨਾ ਜੀ ਕਹਿਣ ਲੱਗੇ, ਨਾ ਤਾਂ ਮੈਨੂੰ ਸਮਾਧ ਚਾਹੀਦੀ ਹੈ, ਨਾ ਮੈਨੂੰ ਕੋਈ ਮੇਰੀ ਮੜੀ ਚਾਹੀਦੀ ਹੈ, ਤੇ ਨਾ ਹੀ ਮੈਂ ਚਾਹੁੰਦਾ ਕਿ ਮੇਰੇ ਸਰੀਰ ਦਾ ਕੋਈ ਪੱਥਰ ਲਵਾ ਦਿੱਤਾ ਜਾਵੇ। ਮੈਂ ਇੱਕੋ ਗੱਲ ਕਹਿਣਾ ਹੈ, ਜਿਵੇਂ ਇਸ ਸੰਸਾਰ ਦੇ ਵਿੱਚ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਸੂ, ਇਵੇਂ ਹੀ ਮੈਨੂੰ ਆਪਦੇ ਉਸ ਰੱਬ ਦੇ ਘਰ ਦੇ ਵਿੱਚ, ਪ੍ਰਮਾਤਮਾ ਦੇ ਘਰ ਦੇ ਵਿੱਚ ਜਾਵਾਂ, ਉੱਥੇ ਤੇ ਉੱਥੇ ਮੈਨੂੰ ਵਿਛੋੜਨਾ ਨਹੀਂ ਹੈ। ਇਹਨਾਂ ਦੋਵਾਂ ਥਾਵਾਂ ਤੋਂ ਮੈਨੂੰ ਵਿਛੋੜਨਾ ਨਹੀਂ ਹੈ। ਸੋ ਜੇ ਭਾਈ ਮਰਦਾਨਾ ਜੀ ਵਰਗਿਆਂ ਨੂੰ ਸਮਝ ਲੱਗ ਗਈ, ਸੋ ਸਾਨੂੰ ਵੀ ਇਸ ਗੱਲ ਦੀ ਸੋਝੀ ਆ ਜਾਣੀ ਚਾਹੀਦੀ ਹੈ ਕਿ ਇਸ ਸੰਸਾਰ ਦੇ ਵਿੱਚ ਜੇ ਸਾਨੂੰ ਕੋਈ ਦੇ ਸਕਦਾ ਹੈ ਤੇ ਉਹ ਪ੍ਰਮਾਤਮਾ, ਜੇ ਸਾਡਾ ਕੋਈ ਭਲਾ ਕਰ ਸਕਦਾ ਹੈ ਉਹ ਪ੍ਰਮਾਤਮਾ। ਤੇ ਜੇ ਅਸੀਂ ਉਸ ਪ੍ਰਮਾਤਮਾ ਨੂੰ ਮਿਲਣਾ ਹੈ ਤੇ ਉਹਦੇ ਲਈ ਸਿਫਤ ਸਲਾਹ ਜਿਹੜੀ ਹੈ ਉਹ ਕਰਨੀ ਪਏਗੀ। ਉਹ ਕਿਹੜੀ ਹੈ ਕਿ ਪ੍ਰਮਾਤਮਾ ਜੀਓ, ਇਹ ਸਾਰੇ ਪਸਾਰੇ ਨੂੰ ਤੂੰ ਆਪ ਪਸਾਰ ਰਿਹਾ ਹੈ, ਸਾਰੀ ਸ੍ਰਿਸ਼ਟੀ ਤੇਰੇ ਹੁਕਮ ਦੇ ਵਿੱਚ ਚੱਲਦੀ ਹੈ। ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਮੁਸ਼ਕਲ ਹੈ, ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਕਠਿਨ ਹੈ, ਕਿਉਂਕਿ ਸਾਡੇ ਤੋਂ ਕਿਸੇ ਸਰੂਪ, ਸਰੀਰ ਦਾ ਸਰੂਪ ਸੁਹੱਪਣ ਨਹੀਂ ਸਾਂਭਿਆ ਜਾਂਦਾ, ਸਾਡੇ ਤੋਂ ਆਪਣੇ ਕੱਪੜੇ ਦੀ ਦਿੱਖ ਨਹੀਂ ਸਾਂਭੀ ਜਾਂਦੀ, ਔਰ ਅਸੀਂ ਇੰਨਾ ਜ਼ਿਆਦਾ ਅਸਮਰੱਥ ਹੋ ਗਏ ਕਿ ਛੋਟਾ ਜਿਹਾ ਕੱਪੜਾ ਜਿਹਦੀ ਕੋਈ ਮਨਿਆਦ ਨਹੀਂ ਹੈ, ਕੋਈ ਉਹਦੇ ਉੱਤੇ ਦਾਗ ਲੱਗ ਜਾਵੇ, ਉਹ ਪਲੀਤ ਹੋ ਜਾਂਦਾ ਹੈ, ਉਸ ਕੱਪੜੇ ਨੂੰ ਪਾ ਕੇ ਅਸੀਂ ਮਾਣ ਕਰਦੇ ਹਾਂ। ਜਿਹੜਾ ਰੁਪਈਆ ਕੁਝ ਸਕਿੰਟਾਂ ਦੇ ਵਿੱਚ, ਕੁਝ ਮਿੰਟਾਂ ਦੇ ਵਿੱਚ ਸਾਡੀ ਜਾਨ ਖਤਮ ਕਰ ਸਕਦਾ ਹੈ, ਅਸੀਂ ਉਸ ਧਨ ਪਦਾਰਥ ਦਾ ਮਾਣ ਕਰਦੇ ਹਾਂ। ਮਹਾਰਾਜ ਕਹਿੰਦੇ ਨੇ, ਵੇਖ ਜਿਹੜੀ ਬਿਨ ਸੰਹਾਰ ਹੈ ਉਸ ਚੀਜ਼ ਦਾ ਤੂੰ ਮਾਣ ਕਰਦਾ ਹੈ। ਜਿਹੜਾ ਅਕਾਲ ਪੁਰਖ ਪ੍ਰਮਾਤਮਾ ਸਦੀਵ ਤੇਰੇ ਨਾਲ ਰਹਿਣਾ ਹੈ, ਉਸ ਪ੍ਰਮਾਤਮਾ ਨੂੰ ਕਦੇ ਸਿਮਰਦਾ ਨਹੀਂ, ਉਸ ਪ੍ਰਮਾਤਮਾ ਨੂੰ ਕਦੇ ਤੂੰ ਜਪਦਾ ਨਹੀਂ। ਜੇ ਤੂੰ ਛੋਟਾ ਜਿਹਾ ਕੱਪੜਾ ਪਾ ਕੇ, ਪਹਿਨ ਕੇ ਆਪਣੇ ਆਪ ਮਾਣ ਕਰਦਾ ਹੈ, ਤੇ ਰੱਬ ਦਾ ਨਾਮ ਤਾਂ ਹੈ ਹੀ ਬਹੁਤ ਵੱਡਾ ਹੈ। ਜੇ ਉਹ ਤੇਰੇ ਹਿਰਦੇ ਦੇ ਵਿੱਚ ਟਿਕ ਗਿਆ ਤੇ ਤੂੰ ਕਿਵੇਂ ਸੰਭਾਲੇਗਾ? ਇਸ ਕਰਕੇ ਪਹਿਲਾਂ ਹੀ ਅਸੀਂ ਪ੍ਰਮਾਤਮਾ ਨੂੰ ਕਹੀਏ, ਮਹਾਰਾਜ ਆਪ ਸਾਨੂੰ ਤਿਆਰ ਕਰੋ, ਸਾਡੇ ਅੰਦਰ ਇਹ ਸਮਰੱਥਾ ਪਾ ਦਿਓ, ਸਾਨੂੰ ਪਤਾ ਲੱਗੇ ਕਿ ਕਰਨ ਕਰਾਵਨ ਪ੍ਰਮਾਤਮਾ ਹੈ। ਮਨ ਕਹਿ ਕਿਛ ਨਾਹੀ ਹਾਥ, ਮਨੁੱਖ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ। ਮੌਤ, ਜਨਮ ਸਭ ਕੁਝ ਉਸ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਦਾ ਹੈ। ਬੋਲਣਾ ਚੱਲਣਾ ਉਸ ਪ੍ਰਮਾਤਮਾ ਜੀ ਦੀ ਆਗਿਆ ਅਨੁਸਾਰ ਹੈ। ਜਦੋਂ ਇਹ ਸਮਝ ਲੱਗ ਜਾਈ, ਫਿਰ ਸਾਨੂੰ ਇਹ ਪਤਾ ਲੱਗ ਜਾਣਾ ਹੈ ਕਿ ਪ੍ਰਮਾਤਮਾ ਤੋਂ ਬਲਿਹਾਰ ਜਾਣਾ ਚਾਹੀਦਾ ਹੈ। ਜਿਸ ਪ੍ਰਮਾਤਮਾ ਨੇ ਸਾਨੂੰ ਇਹ ਸੋਹਣਾ ਸਰੀਰ ਦਿੱਤਾ, ਇਸ ਸੋਹਣੀ ਸ੍ਰਿਸ਼ਟੀ ਦੇ ਵਿੱਚ ਆਏ, ਇਸ ਸੋਹਣੇ ਸੰਸਾਰ ਦੇ ਵਿੱਚ ਆ ਕੇ ਸਾਨੂੰ ਕਿੰਨਾ ਸੋਹਣਾ ਵਧੀਆ ਸੰਸਾਰ ਮਿਲਿਆ, ਪਰ ਜੇ ਇਸ ਮਨੁੱਖ ਨੇ ਇਸ ਸੰਸਾਰ ਦੇ ਵਿੱਚ ਆਪਣਾ ਮਨ ਲਾ ਲਿਆ ਤੇ ਪ੍ਰਮਾਤਮਾ ਨੂੰ ਭੁੱਲ ਗਿਆ, ਉਹਦਾ ਪਾਰ ਉਤਾਰਾ ਨਹੀਂ ਹੋ ਸਕਦਾ। ਮਹਾਰਾਜ ਸਾਨੂੰ ਅੱਜ ਦੇ ਸ਼ਬਦ ਦੇ ਵਿੱਚ ਇਹੀ ਗੱਲ ਸਮਝਾਉਂਦੇ ਨੇ ਕਿ ਬੰਦਿਆ, ਜਦੋਂ ਤੈਨੂੰ ਪਤਾ ਲੱਗ ਗਿਆ ਨਾ ਪ੍ਰਮਾਤਮਾ ਕਰਨ ਆ ਰਹੇ, ਫਿਰ ਤੂੰ ਪ੍ਰਮਾਤਮਾ ਦੇ ਨਾਲ ਜੁੜੇਗਾ, ਫਿਰ ਸੰਸਾਰ ਦੇ ਨਾਲ ਨਹੀਂ ਜੁੜੇਗਾ। ਕਿਉਂ? ਉਹ ਕਰਨ ਕਾਰਨ ਸਮਰੱਥ ਹੈ, ਸਭ ਕੁਝ ਕਰਨ ਦੇ ਵਾਲਾ ਹੈ ਪ੍ਰਮਾਤਮਾ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸੇ ਕਾ ਜਣੋਈ, ਜਿਹੜਾ ਸਾਰਿਆਂ ਨੂੰ ਜਨਮ ਦੇਣ ਵਾਲਾ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ।
ਇਸ ਕਰਕੇ ਅਸੀਂ ਗੁਰੂ ਅੱਗੇ ਇਹੀ ਅਰਦਾਸ ਕਰੀਏ, ਮਹਾਰਾਜ ਆਪ ਸਾਡੇ ਉੱਪਰ ਕਿਰਪਾ ਕਰੋ। ਜਿਵੇਂ ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਰਾਵਣ ਕਾਇਆ। ਤੇਥੋਂ ਹੀ ਰਾਮ ਜੀਆਂ ਨੇ ਬਲ ਲੈ ਕੇ, ਤਾਕਤ ਲੈ ਕੇ ਤੀਰਾਂ ਦੇ ਨਾਲ ਰਾਵਣ ਨੂੰ ਘਾਤ ਕੀਤਾ, ਖਤਮ ਕੀਤਾ। ਬਾਣਾ ਨਾਲ, ਬਾਣ ਤੋਂ ਭਾਵ ਹੁੰਦਾ ਹੈ ਤੀਰ। ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਗਿਰਾਇਆ। ਤੇਥੋਂ ਹੀ ਤਾਕਤ ਲੈ ਕੇ ਕ੍ਰਿਸ਼ਨ ਨੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਗਿਰਾ ਦਿੱਤਾ, ਖਤਮ ਕਰ ਦਿੱਤਾ। ਇਵੇਂ ਹੀ ਤੂੰ ਹੀ ਸਾਡੇ ਉੱਪਰ ਕਿਰਪਾ ਕਰ, ਅਸੀਂ ਵੀ ਇਹਨਾਂ ਵਿਕਾਰਾਂ ਨੂੰ ਰਾਮ ਜੀਆਂ ਦੇ ਵਾਂਗੂ, ਕ੍ਰਿਸ਼ਨ ਜੀਆਂ ਦੇ ਵਾਂਗੂ ਇਹਨਾਂ ਪੰਜਾਂ ਵਿਕਾਰਾਂ ਨੂੰ, ਜਿਹੜੇ ਕਾਮ, ਕ੍ਰੋਧ, ਅਹੰਕਾਰ, ਲੋਭ ਸਾਡੇ ਉੱਪਰ ਭਾਰ ਪਾਈ ਫਿਰਦੇ ਨੇ, ਸਾਨੂੰ ਆਪਣੇ ਅਧੀਨ ਕਰੀ ਫਿਰਦੇ ਨੇ, ਅਸੀਂ ਇਹਨਾਂ ਨੂੰ ਖਤਮ ਕਰ ਸਕੀਏ। ਪਰ ਇਹਦੀ ਜਿਹੜੀ ਪਿਛਲੀ ਤਾਕਤ ਹੈ, ਜਿਹੜੀ ਸਾਨੂੰ ਤਾਕਤ ਬਖਸ਼ਣੀ ਹੈ, ਜਿਹੜਾ ਸਾਨੂੰ ਜ਼ੋਰ ਬਖਸ਼ਣਾ ਹੈ, ਉਹ ਤੇਰੀ ਕਿਰਪਾ ਦੁਆਰਾ ਹੀ ਹੋਏਗਾ। ਜਿਵੇਂ ਤੂੰ ਰਾਮ ਜੀਆਂ ਨੂੰ ਬਲ ਬਖਸ਼ਿਆ, ਜਿਵੇਂ ਤੁਸੀਂ ਕ੍ਰਿਸ਼ਨ ਜੀਆਂ ਨੂੰ ਤਾਕਤ ਬਖਸ਼ੀ, ਇਵੇਂ ਸਾਡੇ ਉੱਪਰ ਮਿਹਰਾਮਤ ਕਰੋ, ਤਾਂ ਕਿ ਅਸੀਂ ਵੀ ਇਸ ਸਰੀਰ ਨੂੰ ਜਿੱਤ ਕੇ, ਇਸ ਆਤਮੇ ਨੂੰ ਜਿੱਤ ਕੇ, ਇਹਨਾਂ ਪੰਜਾਂ ਵਿਕਾਰਾਂ ਨੂੰ ਖਤਮ ਕਰਕੇ ਤੇਰੇ ਨਾਮ ਦੀ ਦਾਤ ਪ੍ਰਾਪਤ ਕਰ ਸਕੀਏ। ਸਾਨੂੰ ਸੋਝੀ ਆ ਜਾਵੇ, ਜੋ ਕੁਛ ਕਰਨ ਵਾਲਾ ਉਹ ਪ੍ਰਮਾਤਮਾ ਹੈ, ਹੋਰ ਕਿਸੇ ਵੀ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਹੈ। ਸਤਿਗੁਰੂ ਜੀ ਕਿਰਪਾ ਕਰਨ। ਅਗਲੇ ਦੀਵਾਨਾਂ ਦੇ ਵਿੱਚ ਆਪਾਂ ਇਸ ਸ਼ਬਦ ਦੀ, ਸ਼ਲੋਕ ਦੀ ਜਿਹੜੀ ਅਸ਼ਟਪਦੀ ਹੈ, ਉਹਦੀ ਵਿਚਾਰ ਕਰਾਂਗੇ। ਸੁਖਮਨੀ ਸਾਹਿਬ ਜੀ ਦੀ ਇਹ ਬਾਣੀ ਦੀ ਵਿਚਾਰ ਆਪਾਂ ਰੋਜ਼ਾਨਾ ਸਰਵਣ ਕਰਦੇ ਹਾਂ, ਪੜ੍ਹਦੇ ਹਾਂ। ਸੋ ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸੁਖਮਨੀ ਸਾਹਿਬ ਜੀ ਦੀ ਜਿਹੜੀ ਵਿਚਾਰ ਹੈ, ਉਹਨੂੰ ਸਰਵਣ ਕਰੀਏ, ਉਹਨੂੰ ਵਿਚਾਰੀਏ, ਉਹਨੂੰ ਸੁਣੀਏ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਜਿਹੜੀ ਅਸੀਂ ਬਾਣੀ ਪੜ੍ਹਦੇ ਹਾਂ, ਉਹਦੇ ਵਿਚਲੀਆਂ ਗੱਲਾਂ, ਵਿਚਲਾ ਗਿਆਨ ਕਿੱਥੋਂ ਤੱਕ ਹੈ, ਕਿੰਨਾ ਸਾਨੂੰ ਪ੍ਰਮਾਤਮਾ ਜੀ ਦੇ ਬਾਰੇ ਦੱਸਿਆ ਗਿਆ ਕਿ ਕਿਸ ਸੰਸਾਰ ਦੇ ਵਿੱਚ ਪ੍ਰਮਾਤਮਾ ਨੇ ਸੰਸਾਰ ਨੂੰ ਸਾਜਿਆ, ਕਿਵੇਂ ਸ੍ਰਿਸ਼ਟੀ ਨੂੰ ਬਣਾਇਆ, ਤੇ ਕਿਵੇਂ ਅਸੀਂ ਜੀਵਾਂ ਨੇ ਇਹਦੇ ਵਿੱਚ ਚੱਲਣਾ ਹੈ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਿਲਾ ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ।